ਓੰਕਾਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰੂ ਪਿਆਰਿਓ, ਜਿਵੇਂ ਕਿ ਸਤਿਕਾਰਯੋਗ ਵੀਰ ਜੀ ਨੇ ਆਪ ਜੀ ਨੂੰ ਦੱਸਿਆ ਹੈ ਕਿ ਅੱਜ ਦਾਸ ਦੀ ਡਿਊਟੀ ਲੱਗੀ ਹੈ। ਤੋ ਦਾਸ ਨੇ ਇੱਕ ਵਿਸ਼ਾ ਲਿਆ ਹੈ ਜੋ ਆਪ ਜੀ ਦੇ ਨਾਲ ਸਾਂਝਾ ਕਰਾਂਗੇ। ਗੁਰਮਤਿ ਦੇ ਵਿੱਚ ਮੀਰੀ ਪੀਰੀ ਦਾ ਸਿਧਾਂਤ। ਇਹ ਸਿਧਾਂਤ ਜਿਹੜਾ ਗੁਰਮਤਿ ਦੇ ਵਿੱਚ ਅਸੀਂ ਆਮ ਤੌਰ ਦੇ ਉੱਤੇ ਇਹਨੂੰ ਕਾਫੀ ਇੰਪੋਰਟੈਂਸ ਦਿੰਦੇ ਹਾਂ। ਬਿਲਕੁਲ ਵਿਲੱਖਣ ਸਿਧਾਂਤ ਹੈ ਜਿਹੜਾ ਕਿ ਹੋਰ ਦੂਜੇ ਧਰਮਾਂ ਦੇ ਵਿੱਚ ਇਹੋ ਜਿਹਾ ਕੋਈ ਸਿਧਾਂਤ ਸਾਨੂੰ ਨਹੀਂ ਮਿਲਦਾ, ਜਾਂ ਘੱਟੋ ਘੱਟ ਇਸ ਸ਼ਕਲ ਦੇ ਵਿੱਚ ਨਹੀਂ ਮਿਲਦਾ ਜਿਵੇਂ ਗੁਰੂ ਪਾਤਸ਼ਾਹ ਨੇ ਸਿੱਖੀ ਦੇ ਵਿੱਚ ਸਾਨੂੰ ਦਿੱਤਾ। ਤੋ ਇਹ ਸਿਧਾਂਤ ਜਿਹੜਾ ਹੈ ਇਹ ਸਾਡੇ ਸਾਹਮਣੇ ਬਹੁਤ ਸਾਰੇ ਵਿਦਵਾਨਾਂ ਨੇ ਇਹਦੇ ਬਾਰੇ ਗੱਲਬਾਤ ਕੀਤੀ ਹੈ। ਬਹੁਤ ਸਾਰੇ ਲੇਖ, ਕਿਤਾਬਾਂ, ਕਈ ਕੁਝ ਲਿਖਿਆ ਗਿਆ ਇਹਦੇ ਬਾਰੇ। ਇਸ ਤੋਂ ਪਹਿਲਾਂ ਕਿ ਆਪਾਂ ਗੱਲ ਕਰੀਏ, ਸਭ ਤੋਂ ਪਹਿਲਾਂ ਆਪਾਂ ਇੱਕ ਥੋੜਾ ਜਿਹਾ ਰਿਵਿਊ ਕਰ ਲਈਏ ਕਿ ਹੁਣ ਤੱਕ ਜੋ ਇਹਦੇ ਬਾਰੇ ਵਿਚਾਰ ਕੀਤੇ ਜਾਂਦੇ ਨੇ ਉਹਨਾਂ ਦਾ ਰਿਵਿਊ ਕਰ ਲਈਏ, ਇੱਕ ਓਵਰਵਿਊ ਲੈ ਲਈਏ ਕਿ ਸਾਨੂੰ ਕੀ ਇਹਦੇ ਬਾਰੇ ਦੱਸਿਆ ਜਾਂਦਾ। ਫਿਰ ਆਪਾਂ ਉਸ ਤੋਂ ਬਾਅਦ ਅੱਗੇ ਇਹਦੇ ਬਾਰੇ ਗੱਲ ਸ਼ੁਰੂ ਕਰਾਂਗੇ ਜੀ। ਜਦੋਂ ਇਤਿਹਾਸਕ ਪੱਖ ਤੋਂ ਇਹ ਗੱਲ ਲਈ ਜਾਂਦੀ ਹੈ ਤਾਂ ਇਹਦੀ ਵਿਆਖਿਆ ਇਸ ਤਰ੍ਹਾਂ ਕੀਤੀ ਜਾਂਦੀ ਹੈ ਕਿ ਮੀਰੀ ਪੀਰੀ ਦਾ ਸਿਧਾਂਤ ਜਾਂ ਮੀਰੀ ਪੀਰੀ ਦਾ ਵਿਚਾਰ ਜਿਹੜਾ ਹੈ ਉਹ ਸਾਡੇ ਸਾਹਮਣੇ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰੱਖਿਆ। ਔਰ ਇਹਦੇ ਲਈ ਸਾਨੂੰ ਕਈ ਚੀਜ਼ਾਂ ਵੀ ਨਾਲ ਜਿਹੜੀਆਂ ਨੇ ਉਹ ਕੋਟ ਕੀਤੀਆਂ ਜਾਂਦੀਆਂ ਨੇ। ਸਭ ਤੋਂ ਪਹਿਲਾਂ ਤਾਂ ਇਹ ਕਿ ਉਹਨਾਂ ਨੇ ਮੀਰੀ ਪੀਰੀ ਦੀਆਂ 2 ਕਿਰਪਾਨਾਂ ਧਾਰਨ ਕੀਤੀਆਂ ਐਜ਼ ਅ ਸਿੰਬਲ, ਕਿ ਸਿੱਖੀ ਵਿੱਚ ਮੀਰੀ ਤੇ ਪੀਰੀ ਦੋਨੋਂ ਸਿਧਾਂਤ ਹਨ। ਫਿਰ ਉਹਨਾਂ ਨੇ ਸਿਰਜਣਾ ਕੀਤੀ ਅਕਾਲ ਤਖਤ ਦੀ, ਜਿੱਥੇ ਬੈਠ ਕੇ ਉਹ ਨਿਆਂ ਕਰਦੇ ਸਨ, ਝਗੜੇ ਨਿਪਟਾਉਂਦੇ ਸਨ ਸੰਗਤ ਦੇ ਆਲੇ ਦੁਆਲੇ ਦੇ ਲੋਕਾਂ ਦੇ। ਜਿਸ ਤਰੀਕੇ ਦੇ ਨਾਲ ਲੋਕਲ ਜਿਹੜੇ ਹੁੰਦੇ ਸਨ ਹਾਕਮ ਉਸ ਵਕਤ ਦੇ, ਉਹ ਝਗੜੇ ਨਿਪਟਾਉਂਦੇ ਸਨ। ਤੇ ਨਾਮ ਵੀ ਉਹਨਾਂ ਨੇ, ਇਹਦਾ ਨਾਮ ਜਿਹੜਾ ਰੱਖਿਆ ਸੀ, ਜਿਹੜਾ ਉਹਨਾਂ ਨੇ ਬਣਾਇਆ, ਅਕਾਲ ਤਖਤ ਦਾ ਨਾਮ ਦਿੱਤਾ। ਤਖਤ ਜਿਵੇਂ ਅਸੀਂ ਜਾਣਦੇ ਹਾਂ ਇਹ ਰਾਜਸੀ ਸੱਤਾ ਦਾ ਪ੍ਰਤੀਕ ਹੁੰਦਾ ਹੈ, ਜਿਹਦੇ ਉੱਤੇ ਰਾਜੇ ਬੈਠ ਕੇ ਉੱਚੀ ਥਾਂ ਦੇ ਉੱਤੇ ਆਪਣਾ ਦਰਬਾਰ ਲਗਾਉਂਦੇ ਹਨ। ਤਾਂ ਗੁਰੂ ਸਾਹਿਬ ਨੇ ਉਸੇ ਹੀ ਰਵਾਇਤ ਨੂੰ ਨਾਲ ਲਿਆ। ਉਹਨਾਂ ਨੇ ਕਈ ਸਿੰਬਲਸ ਜਿਹੜੇ ਸਨ, ਚਿੰਨ੍ਹ ਜਿਹੜੇ ਸਨ, ਜਿਵੇਂ ਕਲਗੀ ਹੈ ਜਾਂ ਬਾਜ਼ ਹੈ, ਜਿਹੜੇ ਆਮ ਤੌਰ ਤੇ ਬਾਦਸ਼ਾਹਤ ਦੇ ਨਾਲ ਜਿਹੜੇ ਜੋੜੇ ਜਾਂਦੇ ਸਨ, ਉਹ ਵੀ ਆਪ ਜੀ ਨੇ ਧਾਰਨ ਕੀਤੇ। ਆਪ ਜੀ ਨੇ ਘੋੜਸਵਾਰੀ ਕਰਨੀ ਤੇ ਸ਼ਸਤਰ ਧਾਰਨ ਕਰਕੇ ਆਪਣਾ ਜਿਹੜਾ ਰੂਪ ਹੈ ਉਹ ਸੂਰਬੀਰਾਂ ਵਾਲਾ ਬਣਾ ਕੇ ਉਹਨਾਂ ਨੇ ਚੱਲਣਾ। ਤਾਂ ਇਹ ਵੀ ਜਿਹੜਾ ਹੈ ਸਾਨੂੰ ਮੀਰੀ ਪੀਰੀ ਦਾ ਇੱਕ ਫਿਜ਼ੀਕਲ ਤੌਰ ਦੇ ਉੱਤੇ ਉਹਨਾਂ ਨੇ ਸਾਨੂੰ ਉਹ ਚਿੰਨ੍ਹ ਦਿੱਤਾ। ਫਿਰ ਆਪ ਜੀ ਨੇ ਜੰਗੀ ਮਸ਼ਕਾਂ ਸ਼ੁਰੂ ਕਰਾਈਆਂ, ਜਿਹਦੇ ਵਿੱਚ ਜੰਗੀ ਅਭਿਆਸ ਅਕਾਲ ਤਖਤ ਦੇ ਸਾਹਮਣੇ ਜਿਹੜਾ ਮੈਦਾਨ ਆ ਉੱਥੇ ਉਹਨਾਂ ਨੇ ਸ਼ੁਰੂ ਕਰਾਏ। ਸਿੱਖਾਂ ਨੂੰ ਕਿਹਾ ਕਿ ਮੈਨੂੰ ਲਿਆ ਕੇ ਘੋੜੇ ਤੇ ਸ਼ਸਤਰਾਂ ਦੀ ਭੇਟਾ ਦਿਓ, ਆਪਣੀਆਂ ਜਵਾਨੀਆਂ ਅਰਪਣ ਕਰੋ। ਤੇ ਫਿਰ ਉਸ ਵੇਲੇ ਉੱਥੇ ਉਹਨਾਂ ਨੇ ਇੱਕ ਛੋਟੀ ਜਿਹੀ ਫੌਜ ਵੀ ਖੜੀ ਕੀਤੀ, ਜਿਹੜੇ ਕਿ ਸਿਰਲੱਥ ਸੂਰਮੇ ਸਨ। ਸਤਿਗੁਰੂ ਜੀ ਨੂੰ ਪੂਰੀ ਤਰ੍ਹਾਂ ਆਪਣੇ ਆਪ ਨੂੰ ਸਮਰਪਿਤ ਉਹਨਾਂ ਨੇ ਕੀਤਾ ਹੋਇਆ ਸੀ। ਤੋ ਇਹ ਸਾਰੀਆਂ ਗੱਲਾਂ ਕਰਕੇ ਇਹ ਕਿਹਾ ਜਾਂਦਾ ਹੈ ਕਿ ਮੀਰੀ ਪੀਰੀ ਦਾ ਵਿਚਾਰ ਜਾਂ ਮੀਰੀ ਪੀਰੀ ਦਾ ਸਿਧਾਂਤ ਸਿੱਖੀ ਦੇ ਵਿੱਚ 6ਵੇਂ ਪਾਤਸ਼ਾਹ ਜੀ ਨੇ ਦਿੱਤਾ। ਬਹੁਤ ਸਾਰੇ ਵਿਦਵਾਨ ਸਾਡੇ ਵੀ ਤੇ ਅਨਮਤੀ ਤਾਂ ਖੈਰ ਕਹਿੰਦੇ ਹੀ ਕਹਿੰਦੇ ਹਨ ਕਿ 6ਵੇਂ ਪਾਤਸ਼ਾਹ ਨੇ ਸਿੱਖੀ ਦੇ ਵਿੱਚ ਇੱਕ ਨਵਾਂ ਮੋੜ ਕਰ ਦਿੱਤਾ। ਇਸ ਤੋਂ ਪਹਿਲਾਂ ਦੇ ਜਿਹੜੇ ਗੁਰੂ ਸਨ ਉਹ ਜਿਵੇਂ ਉਹ ਉਸ ਤਰ੍ਹਾਂ ਲਿਖਦੇ ਹਨ, ਖਾਸ ਕਰਕੇ ਅਨਮਤੀ ਵਿਚਾਰਾਂ ਵਾਲੇ, ਕਿ ਸਾਡੇ ਜਿਹੜੇ ਪਹਿਲੇ 5 ਗੁਰੂ ਸਾਹਿਬਾਨ ਸਨ ਉਹਨਾਂ ਨੇ ਜੋ ਧਾਰਮਿਕ ਲੋਕਾਂ ਵਾਲਾ ਜੀਵਨ ਹੁੰਦਾ ਸੀ, ਇੱਕ ਫਕੀਰੀ ਵਾਲਾ ਜੀਵਨ ਕਹਿ ਲਈਏ ਜਾਂ ਤਿਆਗ ਵਾਲਾ ਜੀਵਨ, ਇਸ ਤਰ੍ਹਾਂ ਦਾ ਉਹਨਾਂ ਨੇ ਕਿਹਾ, ਸਬਰ ਸੰਤੋਖ ਵਾਲਾ, ਧਰਮ ਦੇ ਵਿੱਚ ਹੀ, ਧਾਰਮਿਕ ਐਕਟੀਵਿਟੀਜ਼ ਵਿੱਚ ਹੀ ਆਪਣੇ ਆਪ ਨੂੰ ਰੱਖਣ ਦਾ
ਉਹ ਕਹਿੰਦੇ ਹਨ ਕਿ ਪਹਿਲੇ 5 ਗੁਰੂ ਸਾਹਿਬਾਨ ਨੇ ਆਪਣਾ ਜੀਵਨ ਉਸ ਧਾਰਾ ਦੇ ਮੁਤਾਬਕ ਚਲਾਇਆ, ਪਰ 6ਵੇਂ ਪਾਤਸ਼ਾਹ ਨੇ ਬਿਲਕੁਲ ਨਵਾਂ ਮੋੜ ਦੇ ਦਿੱਤਾ ਤੇ ਇੱਕ ਨਵੀਂ ਡਾਇਰੈਕਸ਼ਨ ਦੇ ਵਿੱਚ ਉਹ ਸਿੱਖੀ ਨੂੰ ਲੈ ਗਏ। ਹੁਣ ਇਹ ਗੱਲ ਇੱਕ ਅਨੁਮਤੀ ਬੰਦਾ ਕਵੇ ਤਾਂ ਗੱਲ ਸਮਝ ਆ ਜਾਂਦੀ ਹੈ, ਜਿਹਨੂੰ ਸਿੱਖੀ ਸਿਧਾਂਤਾਂ ਦਾ, ਗੁਰਬਾਣੀ ਦਾ, ਇਤਿਹਾਸ ਦਾ ਨਾਮ ਪਤਾ ਹੋਵੇ। ਕਿਉਂਕਿ ਜਿੰਨੇ ਥੋੜਾ ਬਹੁਤ ਵੀ ਸਿੱਖੀ ਸਿਧਾਂਤਾਂ ਨੂੰ ਗੁਰਬਾਣੀ ਨਾਲ ਜੁੜਿਆ ਹੋਇਆ ਹੈ ਜਾਂ ਇਤਿਹਾਸ ਦਾ ਥੋੜਾ ਵਾਕਿਫ ਹੈ, ਤਾਂ ਉਹ ਜਾਣਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਹੀ ਇਹਨਾਂ ਚੀਜ਼ਾਂ ਦੇ ਬਾਰੇ ਆਪਣੇ ਵਿਚਾਰ ਬਾਣੀ ਦੇ ਵਿੱਚ ਲਿਖੇ ਹਨ। ਖਾਸ ਕਰਕੇ ਅਸੀਂ ਇੱਕ ਉਦਾਹਰਣ ਬਾਰ-ਬਾਰ ਦਿੰਦੇ ਹਾਂ, ਜਿਨ੍ਹਾਂ ਨੂੰ ਉਹ ਸ਼ਬਦ ਜਿਨ੍ਹਾਂ ਨੂੰ ਅਸੀਂ ਬਾਬਰ ਬਾਣੀ ਦੇ ਸ਼ਬਦ ਕਹਿ ਦਿੰਦੇ ਹਾਂ। ਤਾਂ ਉਹਨਾਂ ਦੇ ਵਿੱਚ ਜਿਹੜੇ ਆਈਡੀਆਜ਼ ਉਹਨਾਂ ਨੇ ਦਿੱਤੇ ਨੇ, ਉਹ ਕੇਵਲ ਧਾਰਮਿਕ ਜਾਂ ਆਤਮਿਕ ਖੇਤਰ ਤੋਂ ਬਾਹਰ ਸਮਾਜ ਦੇ ਨਾਲ ਜਾਂ ਈਵਨ ਰਾਜਸੀ ਪੱਧਰ ਉੱਤੇ ਵੀ ਗੱਲ ਕਹਿਣ ਦੇ ਕੀਤੇ ਨੇ। ਇਸ ਤੋਂ ਇਲਾਵਾ ਵੀ ਕਈ ਥਾਵਾਂ ਤੇ ਉਹਨਾਂ ਨੇ ਰਾਜੇ ਸ਼ੀਂਹ ਮੁਕੱਦਮ ਕੁੱਤੇ ਇਸ ਤਰ੍ਹਾਂ ਦੀਆਂ ਗੱਲਾਂ ਵੀ ਕਹੀਆਂ, ਤੇ ਹੋਰ ਥਾਵਾਂ ਦੇ ਉੱਤੇ ਵੀ ਉਹਨਾਂ ਨੇ ਰਾਜਿਆਂ ਦੇ ਫਰਜ਼ ਦੱਸੇ। ਤੇ ਸਾਰਾ ਕੁਝ ਜਿਹੜਾ ਇਹ ਬਾਣੀ ਦੇ ਵਿੱਚ ਸਾਨੂੰ ਚੀਜ਼ਾਂ ਮਿਲਦੀਆਂ ਹਨ। ਕੁਝ ਭਗਤਾਂ ਦੇ ਬਚਨ ਵੀ ਜਿਹੜੇ ਗੁਰਬਾਣੀ ਵਿੱਚ ਉਦੋਂ ਤੱਕ ਦਰਜ ਹੋ ਚੁੱਕੇ ਸਨ। ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੀ ਸੰਪਾਦਨਾ ਹੋ ਚੁੱਕੀ ਸੀ, ਤੇ ਉਹਦੇ ਵਿੱਚ ਵੀ ਸਾਨੂੰ ਕੁਝ ਚੀਜ਼ਾਂ ਇਹੋ ਜਿਹੀਆਂ ਮਿਲਦੀਆਂ ਹਨ ਜਿਹੜੀਆਂ ਕਿ ਧਾਰਮਿਕ ਪੱਖ ਤੋਂ ਇਲਾਵਾ ਜਿਹੜੀ ਹੋਲ ਲਾਈਫ ਜਿਹੜੀ ਹੈ ਸਾਡੀ ਹੈ, ਸਮਾਜਿਕ ਹੈ, ਰਾਜਸੀ ਜੀਵਨ ਹੈ, ਉਹਦੇ ਨਾਲ ਉਹ ਸੰਬੰਧਿਤ ਸਨ। ਤੋ ਇਹ ਗੱਲ ਜਿਹੜੀ ਹੈ ਇਹ ਸਿਧਾਂਤਕ ਤੌਰ ਦੇ ਉੱਤੇ ਆਪ ਤੁਸੀਂ ਸਾਰੇ ਜਾਣਕਾਰ ਬੈਠੇ ਹੋ, ਤੁਸੀਂ ਆਪ ਹੀ ਇਹ ਅੰਦਾਜ਼ਾ ਲਗਾ ਲਓ ਕਿ ਇਹ ਜਿਹੜਾ ਵਰਸ਼ਨ ਸਾਨੂੰ ਸੁਣਾਇਆ ਜਾਂਦਾ ਹੈ ਕਿ 6ਵੇਂ ਪਾਤਸ਼ਾਹ ਨੇ ਇਹ ਸਿਧਾਂਤ ਦਿੱਤਾ, ਕੀ ਇਹ ਨਵਾਂ ਸਿਧਾਂਤ ਸੀ ਜਾਂ ਇਹ ਗੁਰਬਾਣੀ ਦੇ ਜਿਹੜੇ ਸਿਧਾਂਤ ਸਨ ਉਹਨਾਂ ਦੇ ਵਿੱਚੋਂ ਇੱਕ ਕੁਦਰਤੀ ਤੌਰ ਦੇ ਉੱਤੇ ਅਗਲਾ ਕਦਮ ਜਿਹੜਾ ਪੈਦਾ ਹੋਣ ਵਾਲਾ ਸੀ, ਤੇ ਉਹ ਸਿਧਾਂਤ ਸੀ। ਇਹ ਜਿਹੜਾ ਇਹ ਨਿਰਣਾ ਤੁਸੀਂ ਆਪ ਕਰ ਲਓ, ਕਿਉਂਕਿ ਮੇਰੀ ਸਮਝ ਦੇ ਮੁਤਾਬਕ ਇਹਦੇ ਚ ਅਸਲ ਦੇ ਵਿੱਚ ਨਵਾਂ ਕੁਝ ਨਹੀਂ ਸੀ। ਹਾਂ, ਇਹਨੂੰ ਐਕਸਪ੍ਰੈਸ਼ਨ ਉਹਨਾਂ ਨੇ ਇੱਕ ਨਵੇਂ ਢੰਗ ਦੇ ਨਾਲ ਪ੍ਰਗਟ ਰੂਪ ਦੇ ਵਿੱਚ ਉਸ ਢੰਗ ਨਾਲ ਦਿੱਤਾ ਕਿ ਤਾਂ ਕਿ ਅਸੀਂ ਆਪਣੇ ਜੀਵਨ ਦਾ ਢੰਗ ਤੇ ਇਸ ਦੇ ਲਈ ਤਿਆਰੀ ਆਪਣੀ ਸ਼ੁਰੂ ਕਰ ਸਕੀਏ ਕਿ ਜਿਹੜੀ ਚੀਜ਼ ਦੀ ਤਿਆਰੀ ਪਹਿਲੇ ਗੁਰੂ ਸਾਹਿਬ ਕਰਵਾ ਰਹੇ ਸਨ, 5 ਗੁਰੂ ਸਾਹਿਬਾਨ ਨੇ ਕਰਵਾਈ, ਉਹਨੂੰ ਹੁਣ ਅਮਲੀ ਤੌਰ ਦੇ ਉੱਤੇ ਲਾਗੂ ਕਰਨ ਲਈ ਕਦਮ ਚੁੱਕਣ ਦਾ ਜਿਹੜਾ ਸਮਾਂ ਆ ਗਿਆ ਸੀ। ਤਾਂ ਉਹਨਾਂ ਨੇ ਇਹ ਜ਼ਰੂਰ ਸਿੰਬਲ, ਫਿਜ਼ੀਕਲ ਸਿੰਬਲਸ ਧਾਰਨ ਕੀਤੇ, ਇਹ ਉਪਦੇਸ਼ ਦਿੱਤੇ, ਪਰ ਅਸਲ ਵਿੱਚ ਇਹ ਕੋਈ ਨਵੀਂ ਡਿਵੈਲਪਮੈਂਟ ਨਹੀਂ ਸੀ, ਉਹਦੇ ਵਿੱਚੋਂ ਇੱਕ ਕੁਦਰਤੀ ਤੌਰ ਤੇ ਪੈਦਾ ਹੋਣ ਵਾਲੀ ਗੱਲ ਸੀ। ਦੂਜੀ ਗੱਲ ਜਿਹੜੀ ਸਾਨੂੰ ਇਹਦੀ ਐਕਸਪਲੇਨੇਸ਼ਨ ਦਿੱਤੀ ਜਾਂਦੀ ਹੈ, ਉਹ ਮੀਰੀ ਪੀਰੀ, ਇਹਨੂੰ ਥੋੜਾ ਜਿਹਾ ਅਲੱਗ-ਅਲੱਗ ਕਰਕੇ ਦੱਸਿਆ ਜਾਂਦਾ ਹੈ। ਮੀਰੀ ਤੇ ਪੀਰੀ ਦੇ ਵਿਚਕਾਰ ਕਈ ਵਾਰੀ ਇੱਕ ਡੈਸ਼ ਵੀ ਲਗਾ ਦਿੱਤੀ ਜਾਂਦੀ ਹੈ, ਜਿਸ ਤੋਂ ਇਹ ਪ੍ਰਗਟ ਹੋਵੇ ਕਿ ਇੱਕ ਸਿਧਾਂਤ ਮੀਰੀ ਦਾ ਹੈ ਤੇ ਇੱਕ ਪੀਰੀ ਦਾ। ਜਾਂ ਕਈ ਵਾਰੀ ਮੀਰੀ ਦੇ ਅੱਗੇ ਕੌਮਾ ਲਗਾ ਕੇ ਫਿਰ ਪੀਰੀ ਲਿਖਿਆ ਜਾਂਦਾ ਹੈ, ਉਹ ਵੀ ਇਹੀ ਸ਼ੋਅ ਕਰਦਾ ਕਿ ਇਹਨਾਂ ਦੋਵਾਂ ਦੇ ਵਿੱਚ ਥੋੜੀ ਜਿਹੀ ਵਿੱਥ ਹੈ। ਇਹ ਦੋਵੇਂ ਇੱਕ ਸਿਧਾਂਤ ਨਹੀਂ ਹਨ, ਬਲਕਿ ਦੋ ਸਿਧਾਂਤਾਂ ਦਾ ਇਹ ਸੁਮੇਲ ਕਰਨ ਦੀ ਕੋਸ਼ਿਸ਼ ਹੈ। ਇਸੇ ਗੱਲ ਨੂੰ ਹੋਰ ਤਰੀਕੇ ਦੇ ਨਾਲ ਵੀ ਪ੍ਰਗਟ ਕਰ ਦਿੱਤਾ ਜਾਂਦਾ ਹੈ, ਜਿਹਨੂੰ ਅਸੀਂ ਆਮ ਤੌਰ ਦੇ ਉੱਤੇ ਸਾਡੀ ਸ਼ਬਦਾਵਲੀ ਦੇ ਵਿੱਚ ਲਫ਼ਜ਼ ਵਰਤੇ ਜਾਂਦੇ ਹਨ ਕਿ ਸਿੱਖ ਸੰਤ ਸਿਪਾਹੀ ਹੈ, ਭਾਵ ਉਹ ਸੰਤ ਵੀ ਹੈ ਤੇ ਸਿਪਾਹੀ ਵੀ ਹੈ। ਜਾਂ ਕਹਿ ਦਿੱਤਾ ਜਾਂਦਾ ਉਹ ਮੀਰ ਵੀ ਹੈ ਤੇ ਪੀਰ ਵੀ ਹੈ। ਤੋ ਇਸ ਤਰ੍ਹਾਂ ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਇਹ ਦੋਨੋਂ ਰਸਤੇ ਸਿੱਖੀ ਦੇ ਵਿੱਚ ਪ੍ਰਵਾਨ ਹਨ। ਕੋਈ ਸੰਤ ਵੀ ਹੋ ਸਕਦਾ ਹੈ ਤੇ ਦੂਜਾ ਕੋਈ ਸਿਪਾਹੀ ਵੀ ਹੋ ਸਕਦਾ ਹੈ। ਇੱਕ ਬੰਦਾ ਮੇਰੀ ਭਾਵ ਰਾਜਸੀ ਤਾਕਤ ਦੇ ਵਾਸਤੇ ਸਟਰਗਲ ਕਰਦਾ ਹੋਇਆ ਉਹ ਜਿਹੜਾ ਰਸਤਾ ਅਖਤਿਆਰ ਕਰ ਸਕਦਾ ਹੈ, ਤੇ ਦੂਜੇ ਵਾਸਤੇ ਪੀਰੀ ਭਾਵ ਧਾਰਮਿਕ ਜਿਹੜੀ ਹੈ ਉਹ ਜੀਵਨ ਚੂਜ਼ ਕਰ ਸਕਦਾ ਹੈ ਤੇ ਉਹਨੂੰ ਉਹਦੇ ਮੁਤਾਬਕ ਆਪਣਾ ਜੀਵਨ ਢਾਲ ਸਕਦਾ ਹੈ। ਜੇ ਸੰਤ ਦਾ ਰਸਤਾ ਕਿਸੇ ਨੇ ਚੁਣਿਆ ਉਹ ਵੀ ਠੀਕ ਹੈ, ਤੇ ਸਿਪਾਹੀ ਦਾ ਰਸਤਾ ਭਾਵ ਸਿਆਸਤ ਦਾ ਰਸਤਾ, ਕਿਉਂਕਿ ਸਿਪਾਹੀ ਦਾ ਕੰਮ ਜਿਹੜਾ ਹੈ ਉਹ ਸਿਆਸਤ ਦੇ ਨਾਲ ਹੀ ਕਨੈਕਟਡ ਹੈ। ਰਾਜਸੀ ਕੰਮਾਂ ਦੇ ਵਿੱਚ ਹੀ ਸਿਪਾਹੀਆਂ ਦੀ ਲੋੜ ਪੈਂਦੀ ਹੈ। ਤੋ ਸਿਪਾਹੀ ਦੇ ਨਾਲ ਮਤਲਬ ਸੰਤ ਦਾ ਰਸਤਾ ਵੀ ਠੀਕ ਹੈ, ਤੇ ਜੇ ਸਿਆਸਤ ਦਾ ਰਸਤਾ ਕੋਈ ਅਪਣਾਉਂਦਾ ਹੈ ਤੇ ਉਹ ਵੀ ਸਾਡੇ ਵਾਸਤੇ ਜਾਇਜ਼ ਹੈ। ਦੋਵੇਂ ਅਲਾਉਡ ਹਨ, ਦੋਵੇਂ ਜਾਇਜ਼ ਹਨ, ਅਸੀਂ ਦੋਨਾਂ ਵਿੱਚੋਂ ਕੋਈ ਵੀ ਰਸਤਾ ਚੁਣ ਸਕਦੇ ਹਾਂ। ਤਾਂ ਇਹਦਾ ਨਤੀਜਾ ਇਹ ਹੋਇਆ ਕਿ ਜਦੋਂ ਕੋਈ ਵਿਅਕਤੀ ਸੰਤ ਦਾ ਰਸਤਾ ਆਪਣੇ ਲਈ ਚੂਜ਼ ਕਰਦਾ ਹੈ ਇਸ ਚੀਜ਼ ਨੂੰ ਮੰਨ ਕੇ, ਤਾਂ ਉਹ ਸੰਤ ਬਣ ਜਾਂਦਾ ਹੈ। ਤਾਂ ਫਿਰ ਉਹਦਾ ਜੋ ਜੀਵਨ ਪੱਧਤੀ ਹੈ, ਜੀਵਨ ਜੁਗਤ ਹੈ, ਜਿਸ ਢੰਗ ਨਾਲ ਉਹਦੀ ਰਹਿਤ ਹੁੰਦੀ ਹੈ, ਉਹ ਤਿਆਗੀ ਸੰਤਾਂ ਵਾਲੀ ਦੇ ਨੇੜੇ ਪਹੁੰਚ ਜਾਂਦੀ ਹੈ। ਉਹ ਇੱਕ ਸੰਤਾਂ ਵਾਲਾ ਹੀ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੰਦਾ ਹੈ, ਕਿਉਂਕਿ ਫਿਰ ਉਹ ਸੰਤ ਦੀ ਵਿਆਖਿਆ ਵੀ ਉਸੇ ਪੁਰਾਤਨ ਜਿਹੜਾ ਸਨਾਤਨ ਸਟਾਈਲ ਹੈ
ਉਹਦੇ ਮੁਤਾਬਕ ਹੀ ਸਾਧੂ ਸੰਤਾਂ ਵਾਲੀ, ਤਿਆਗੀਆਂ ਵਾਲੀ ਜਿਹੜੀ ਵਿਆਖਿਆ ਉਹ ਕਰਕੇ ਤੇ ਉਹ ਉਸੇ ਰਸਤੇ ਤੇ ਤੁਰਨ ਦੀ ਕੋਸ਼ਿਸ਼ ਕਰਦਾ। ਤੇ ਜਦੋਂ ਸਿਆਸਤਦਾਨ ਬਣ ਕੇ ਚੱਲਦਾ ਹੈ ਤਾਂ ਫਿਰ ਜਿਵੇਂ ਕਿ ਸਿਆਸਤਦਾਨਾਂ ਦੇ ਨਿਯਮ ਬਣੇ ਹੋਏ ਹਨ ਜਾਂ ਉਹਨਾਂ ਦੀ ਜੀਵਨ ਪੱਧਤੀ ਬਣੀ ਹੋਈ ਹੈ, ਹਰ ਕਲਚਰ ਦੇ ਵਿੱਚ ਉਹਦੇ ਵਾਸਤੇ ਗਾਈਡਸ ਵੀ, ਜਿਵੇਂ ਸਾਡੇ ਇੱਥੇ ਅਰਥ ਸ਼ਾਸਤਰ ਹੈ ਜਾਂ ਹੋਰ ਧਰਮਾਂ ਦੇ ਵਿੱਚ ਜਾਂ ਹੋਰ ਦੇਸ਼ਾਂ ਦੇ ਵਿੱਚ ਇਸੇ ਤਰ੍ਹਾਂ ਪ੍ਰਿੰਸ ਵਾਲੀ ਮੈਕੀਆਵਲੀ ਦੀ ਹੈਗੀ ਹੈ। ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਫਿਰ ਜਾਇਜ਼ ਮੰਨਿਆ ਜਾਂਦਾ ਹੈ ਕਿ ਜਿਹੜਾ ਸਿਆਸਤ ਦੇ ਵਿੱਚ ਪੈ ਗਿਆ, ਜਿਹੜਾ ਸਿਆਸਤਦਾਨ ਬਣ ਗਿਆ, ਤਾਂ ਫਿਰ ਉਹਨੇ ਸਿਆਸਤ ਦੀ ਖੇਡ ਚੁਣ ਲਈ ਤੇ ਉਹ ਸਿਆਸਤ ਦੀ ਖੇਡ ਹੀ ਜਿਹੜੀ ਹੈ ਉਹ ਆਪਣਾ ਉਹ ਖੇਡ ਸਕਦਾ ਹੈ। ਇਹ ਵੀ ਸਿੱਖੀ ਦੇ ਵਿੱਚ ਪ੍ਰਵਾਨ ਹੈ, ਜਾਇਜ਼ ਹੈ, ਇਹਦੇ ਵਿੱਚ ਕੋਈ ਗਲਤ ਗੱਲ ਨਹੀਂ ਹੈ। ਸਾਨੂੰ ਇਹ ਇੱਕ ਦੂਜਾ ਪੱਖ ਜਿਹੜਾ ਹੈ ਉਹ ਸੁਣਾਇਆ ਜਾਂਦਾ। तो हुण इहदे नाल जदों इस चीज़ नूं सामने रख के लोकां ने अपने जीवन का रस्ता चुनिया, तो उहदे नाल होया है कि एक तां जिहड़े सो कॉल्ड संत हन, उन्हां ने भी एक किस्म नाल सिੱਖੀ ਦੇ ਵਿੱਚ अपना ਪ੍ਰਵਾਨਗੀ ਪ੍ਰਾਪਤ ਕਰ ਲਈ ਵੀ ਇਹ ਰਸਤਾ ਸਿੱਖੀ ਦੇ ਮੁਤਾਬਕ ਜਾਇਜ਼। ਤੇ ਜਿਹੜੇ ਹਾਰਡਕੋਰ ਸਿਆਸਤਦਾਨ ਸਨ, ਜਿਹੜੇ ਬਿਲਕੁਲ ਸਿਆਸੀ ਢੰਗ ਨਾਲ ਸਾਰਾ ਕੁਝ ਕਰਨਾ ਚਾਹੁੰਦੇ ਹੁੰਦੇ ਸਨ, ਉਹਨਾਂ ਨੂੰ ਵੀ ਇੱਕ ਕਿਸਮ ਨਾਲ ਪ੍ਰਵਾਨਗੀ ਮਿਲ ਗਈ, ਜਿਹਦਾ ਨਤੀਜਾ ਇਹ ਹੋਇਆ ਕਿ ਸਿੱਖੀ ਦੇ ਵਿੱਚ ਦੋ ਫਿਰਕੇ ਸਾਡੇ ਵਿੱਚ ਪ੍ਰਵਾਨ ਚੜ ਗਏ। ਇੱਕ ਪਾਸੇ ਤਿਆਗੀ, ਭਜਨੀਕ, ਬ੍ਰਹਮ ਗਿਆਨੀ ਅਖਵਾਨ ਵਾਲੇ ਤਿਆਗੀ ਬ੍ਰਹਮਚਾਰੀ ਸੰਤਾਂ ਦਾ ਜਿਹੜਾ ਫਿਰਕਾ ਉਹ ਖੜਾ ਹੋ ਗਿਆ, ਤੇ ਦੂਜੇ ਪਾਸੇ ਸਾਡੇ ਵਿੱਚ ਸਿਆਸਤਦਾਨ ਖੜੇ ਹੋ ਗਏ, ਜਿਨ੍ਹਾਂ ਦਾ ਜੀਵਨ ਬਿਲਕੁਲ ਸਿਆਸਤਦਾਨਾਂ ਵਰਗਾ ਹੀ ਬਣ ਜਾਂਦਾ। ਹੁਣ ਇਹ ਡਾਈਕੋਟਮੀ ਸਾਡੇ ਦੇ ਵਿੱਚ ਇੱਕ ਦੋ ਬ੍ਰਾਂਚਸ ਸਾਡੇ ਵਿੱਚ ਆ ਗਈਆਂ ਕਿ ਬਈ ਅਸੀਂ ਦੋਨੋਂ ਰਸਤਿਆਂ ਦੇ ਉੱਤੇ ਤੁਰ ਕੇ ਵੀ ਅਸੀਂ ਆਪਣੇ ਆਪ ਨੂੰ ਸਿੱਖੀ ਸਿਧਾਂਤਾਂ ਦੇ ਮੁਤਾਬਕ ਚੱਲਦੇ ਹੋਏ ਪ੍ਰਗਟ ਕਰ ਸਕਦੇ। ਅਸੀਂ ਰੋਜ਼ ਟੀਵੀ ਤੇ, ਅਖਬਾਰਾਂ ਵਿੱਚ, ਹੋਰ ਥਾਵਾਂ ਦੇ ਉੱਤੇ ਇਹ ਦੋਨੋਂ ਕਿਸਮ ਦੇ ਲੋਕਾਂ ਦੇ ਜਿਹੜੇ ਸਿੱਖਾਂ ਦੇ ਵਿੱਚ ਇਸ ਟਾਈਮ ਪ੍ਰਵਾਨ ਚੜ ਚੁੱਕੇ ਹਨ, ਉਹਨਾਂ ਦੇ ਅਸੀਂ ਦਰਸ਼ਨ ਕਰ ਸਕਦੇ ਹਾਂ। ਔਰ ਉਹਨਾਂ ਦੀਆਂ ਗੱਲਾਂ ਜਦੋਂ ਸੁਣਦੇ ਹਾਂ ਤੇ ਸਾਨੂੰ ਉਹਦੇ ਵਿੱਚ ਵੀ ਬਿਲਕੁਲ ਉਹੀ ਜਿਹੜਾ ਆਪਣੇ ਆਪ ਨੂੰ ਸੰਤ ਦੇ ਰਸਤੇ ਤੇ ਤੁਰਦਾ ਦੱਸਦਾ, ਉਹ ਟ੍ਰੈਡੀਸ਼ਨਲੀ ਜਿਵੇਂ ਜੋ ਕੰਮ ਸੰਤ ਕਰਦੇ ਹਨ ਉਹਦੇ ਨਾਲ ਉਹਦੀ ਕਾਫੀ ਨੇੜਤਾ ਹੈ। ਤੇ ਜਿਹੜੇ ਸਿਆਸਤਦਾਨ ਹਨ, ਉਹ ਜਿਹੜੇ ਟ੍ਰੈਡੀਸ਼ਨਲ ਹਾਰਡਕੋਰ ਸਿਆਸਤਦਾਨ ਹਨ, ਉਹਨਾਂ ਨਾਲੋਂ ਇਹਨਾਂ ਨੂੰ ਵੱਖਰਾ ਕਰਨਾ ਕਈ ਵਾਰੀ ਔਖਾ ਹੋ ਜਾਂਦਾ ਹੈ। ਸਿਰਫ ਸ਼ਕਲ ਸੂਰਤ ਉਹਨਾਂ ਦੀ ਸਿੱਖਾਂ ਵਾਲੀ ਹੁੰਦੀ ਹੈ, ਬਾਕੀ ਉਹਨਾਂ ਦੇ ਕਰੈਕਟਰ ਦੇ ਵਿੱਚ ਸਿੱਖੀ ਨੂੰ ਲੱਭਣਾ ਕਈ ਵਾਰੀ ਔਖਾ ਹੋ ਜਾਂਦਾ। ਤੋ ਜਦੋਂ ਇਸ ਵਰਤਾਰੇ ਨੂੰ ਦੇਖਦੇ ਹਾਂ ਤਾਂ ਫਿਰ ਇੱਕ ਸਵਾਲ ਜਿਹੜਾ ਹੈ ਉਹ ਸਾਡੇ ਸਾਹਮਣੇ ਖੜਾ ਹੋ ਜਾਂਦਾ ਹੈ ਕਿ ਕੀ ਇਹ ਦੋਨੋਂ ਸਿਧਾਂਤ ਸਿੱਖੀ, ਦੋਨੋਂ ਇਹ ਜੋ ਜੀਵਨ ਪੱਧਤੀਆਂ ਹਨ, ਲਾਈਫ ਸਟਾਈਲਸ ਹਨ ਸੰਤ ਦਾ ਤੇ ਸਿਆਸਤਦਾਨ ਦਾ, ਕੀ ਇਹ ਸਿੱਖੀ ਸਿਧਾਂਤਾਂ ਦੇ ਵਿੱਚੋਂ ਨਿਕਲਦੇ ਹਨ? ਇਹਦੇ ਬਾਰੇ ਆਪਾਂ ਥੋੜਾ ਜਿਹਾ ਅੱਗੇ ਚੱਲ ਕੇ ਇੱਕ ਹੋਰ ਥੋੜੀ ਜਿਹੀ ਵਿਸਥਾਰ ਦੇ ਵਿੱਚ ਵਿਚਾਰ ਕਰਾਂਗੇ, ਕਿਉਂਕਿ ਉਹ ਵਿਚਾਰ ਜਿਹੜੀ ਸਿਧਾਂਤਕ ਤੌਰ ਦੇ ਉੱਤੇ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਹੀ ਲਾਗੂ ਹੁੰਦੀ ਹੈ। ਤੋ ਉਹ ਸਾਂਝੇ ਤੌਰ ਤੇ ਅਸੀਂ ਕਰਦੇ ਹਾਂ। ਤੇ ਤੀਜੀ ਜਿਹੜੀ ਇੱਕ ਗੱਲ ਮੀਰੀ ਪੀਰੀ ਦੇ ਸਿਧਾਂਤ ਦੇ ਬਾਰੇ ਸਾਨੂੰ ਅਕਸਰ ਸੁਣਾ ਦਿੱਤੀ ਜਾਂਦੀ ਹੈ, ਉਹ ਇਹ ਹੈ ਕਿ ਸਿੱਖ ਧਰਮ ਵਿੱਚ ਸਿਆਸਤ ਦੇ ਉੱਤੇ ਧਰਮ ਦਾ ਕੁੰਡਾ। ਉਹਨੇ ਬੜਾ ਸਾਨੂੰ ਇਉਂ ਦੱਸਿਆ ਜਾਂਦਾ ਹੈ ਕਿ ਜਿਵੇਂ ਦੂਜੇ ਧਰਮਾਂ ਦੀ ਸਿਆਸਤ ਦੇ ਵਿੱਚ ਧਰਮ ਦਾ ਕੋਈ ਕੁੰਡਾ ਨਹੀਂ ਹੈ, ਸਾਡੀ ਸਿਆਸਤ ਦੇ ਉੱਤੇ ਧਰਮ ਦਾ ਕੁੰਡਾ ਹੈ। ਭਾਵ ਸਿਆਸਤ ਗੌਣ ਹੈ ਤੇ ਧਰਮ ਜਿਹੜੀ ਹੈ ਉਹ ਅਵਲ ਹੈ। ਧਰਮ ਦਾ ਜੋ ਹੁਕਮ ਹੈ, ਧਾਰਮਿਕ ਲੀਡਰਸ਼ਿਪ ਜਾਂ ਧਰਮ ਦੇ ਜਿਹੜੇ ਸਿਧਾਂਤ ਹਨ, ਉਹ ਉਹਨਾਂ ਦੇ ਮੁਤਾਬਕ ਸਿਆਸਤਦਾਨ ਦਾ ਚੱਲਣਾ ਲਾਜ਼ਮੀ ਹੋ ਜਾਂਦਾ ਹੈ, ਕਿਉਂਕਿ ਧਰਮ ਦਾ ਦਰਜਾ ਉੱਪਰ ਹੈ ਤੇ ਸਿਆਸਤ ਦਾ ਥੱਲੇ ਹੈ। ਹੁਣ ਇਹ ਜਿਹੜੀ ਦਲੀਲ ਹੈ ਜਾਂ ਇਹ ਵਿਆਖਿਆ ਹੈ ਮੀਰੀ ਪੀਰੀ ਦੇ ਸਿਧਾਂਤ ਦੀ, ਮੈਂ ਸਮਝਦਾ ਇਹਦੇ ਬਾਰੇ ਸਾਨੂੰ ਬਹੁਤਾ ਕੁਝ ਕਹਿਣ ਦੀ ਲੋੜ ਨਹੀਂ ਹੈ, ਕਿਉਂਕਿ ਜੋ ਪ੍ਰੈਕਟੀਕਲੀ ਹੋ ਰਿਹਾ ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈ। ਅਸੀਂ ਚਾਹੇ ਆਪਣੇ ਮਹੱਲੇ ਦਾ ਗੁਰਦੁਆਰਾ ਲੈ ਲਈਏ, ਸ਼ਹਿਰ ਦਾ ਗੁਰਦੁਆਰਾ ਲੈ ਲਈਏ, ਜਾਂ ਜਿਹੜੀਆਂ ਸਾਡੀ ਕੇਂਦਰੀ ਸੰਸਥਾਵਾਂ ਨੇ ਉਹਨਾਂ ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੂੰ ਲੈ ਲਈਏ। ਕਿਸੇ ਵੀ ਤਰ੍ਹਾਂ ਜਦੋਂ ਅਸੀਂ ਇਹਨਾਂ ਨੂੰ ਦੇਖਦੇ ਹਾਂ ਤਾਂ ਇੱਕ ਗੱਲ ਬੜੀ ਕਲੀਅਰ ਸਮਝ ਲੱਗ ਜਾਂਦੀ ਹੈ ਕਿ ਇੱਥੇ ਇਹ ਪ੍ਰੈਕਟੀਕਲੀ ਧਰਮ ਦਾ ਦਰਜਾ ਸਿਆਸਤ ਤੋਂ ਕੀ ਵਾਕਈ ਉੱਪਰ ਹੈ। ਇਹ ਥੋੜੀ ਜਿਹੀ ਗੌਰ ਨਾਲ ਦੇਖੀਏ ਤਾਂ ਸਾਨੂੰ ਸਾਰੀ ਖੇਡ ਵਰਤਦੀ ਦਿਸ ਪੈਂਦੀ ਹੈ ਕਿ ਧਰਮ ਦਾ ਸਿਆਸਤ ਦੇ ਉੱਤੇ ਕੋਈ ਕੁੰਡਾ ਨਹੀਂ ਹੈ, ਬਲਕਿ ਅੱਜ ਤੇ ਉਹ ਸਮਾਂ ਆ ਗਿਆ ਹੈ ਕਿ ਧਰਮ ਦੇ ਕੰਮ ਜਿਹੜੇ ਹਨ ਉਹ ਸਿਆਸਤਦਾਨਾਂ ਨੇ ਆਪਣੇ ਹੱਥ 'ਚ ਲੈ ਲਏ ਹਨ
ਤੇ ਜਿਹੜੇ ਉਹਨਾਂ ਨੇ ਫਿਗਰ ਹੈਡਸ ਖੜੇ ਕੀਤੇ ਹੁੰਦੇ ਹਨ ਧਰਮ ਦੇ, ਉਹ ਚਾਹੇ ਗੁਰਦੁਆਰੇ ਦਾ ਕੋਈ ਗ੍ਰੰਥੀ ਜਾਂ ਕੀਰਤਨੀਆ ਹੋਵੇ ਜਾਂ ਕਿਸੇ ਹੋਰ ਤਰੀਕੇ ਨਾਲ ਉਹਨਾਂ ਨੂੰ ਹੋਰ ਡੈਜ਼ਿਗਨੇਸ਼ਨਸ ਦਿੱਤੇ ਗਏ ਹੋਣ, ਉਹ ਸਾਰੇ ਹੀ ਸਿਆਸਤਦਾਨ ਦਾ ਪਾਣੀ ਭਰਦੇ ਹਨ। ਜੇ ਇਹ ਕਹਿ ਲਈਏ ਕਿ ਅੱਜ ਤਾਂ ਧਰਮ ਦੇ ਉੱਤੇ ਸਿਆਸਤ ਦਾ ਕੁੰਡਾ ਸਿੱਖਾਂ ਦੇ ਵਿੱਚ ਜਿਹੜਾ ਹੈ ਉਹ ਆਮ ਵਰਤ ਰਿਹਾ ਹੈ, ਜਾਂ ਇਹ ਕਹਿ ਲਈਏ ਕਿ ਧਰਮ ਨੇ ਸਿਆਸਤ ਦੇ ਅੱਗੇ ਪ੍ਰੈਕਟੀਕਲ ਸ਼ਕਲ ਦੇ ਵਿੱਚ ਗੋਡੇ ਟੇਕ ਦਿੱਤੇ ਹਨ, ਆਪਣੇ ਆਪ ਨੂੰ ਪੂਰੀ ਤਰ੍ਹਾਂ ਉਹਦੇ ਅੱਗੇ ਸਮਰਪਣ ਕਰ ਦਿੱਤਾ ਹੈ, ਤੇ ਜੋ ਸਿਆਸਤ ਕਹਿੰਦੀ ਹੈ ਧਰਮ ਉਹ ਕਰੀ ਜਾ। ਤੋ ਸਿਆਸਤ ਦਾ ਜਿਹੜਾ ਪਾਵਰ ਇੰਨੀ ਜ਼ਿਆਦਾ ਹੋ ਚੁੱਕੀ ਹੈ ਕਿ ਇਹ ਸਿਆਸਤ ਦੇ ਉੱਤੇ ਧਰਮ ਦੇ ਕੁੰਡੇ ਵਾਲੀ ਗੱਲ, ਇਹ ਇੱਕ ਅਸੀਂ ਕਹੀਏ ਵੀ ਇੱਕ ਮਜ਼ਾਕ ਤੋਂ ਵੱਧ ਹੁਣ ਕੁਝ ਨਹੀਂ ਰਹਿ ਗਈ। ਸੋ ਇਹਦੇ ਬਾਰੇ ਸਾਨੂੰ ਬਹੁਤੇ ਵਿਚਾਰ ਕਰਨ ਦੀ ਲੋੜ ਨਹੀਂ, ਕਿਉਂਕਿ ਪ੍ਰੈਕਟੀਕਲ ਸਿਚੁਏਸ਼ਨ ਜਿਹੜੀ ਆ ਮੈਂ ਆਪ ਜੀ ਨਾਲ ਥੋੜੀ ਜਿਹੀ ਸਾਂਝੀ ਕੀਤੀ ਹੈ, ਇਹ ਕਿਤੇ ਵੀ ਨਹੀਂ ਵਾਪਰ ਰਹੀ, ਚਾਹੇ ਬਿਲਕੁਲ ਛੋਟੇ ਤੋਂ ਛੋਟੇ ਗੁਰਦੁਆਰੇ ਚਲੇ ਜਾਈਏ ਤੇ ਜਾਂ ਵੱਡੇ ਤੋਂ ਵੱਡੀ ਸੰਸਥਾ ਦੇ ਵਿੱਚ ਚਲੇ। ਤੋ ਹੁਣ ਗੱਲ ਜਿਹੜੀ ਰਹਿ ਗਈ ਕਿ ਜਿਹੜੇ ਪਹਿਲੇ ਦੋ ਸਾਨੂੰ ਗੱਲਾਂ ਕੀਤੀਆਂ ਗਈਆਂ ਨੇ ਕਿ ਕੀ ਮੀਰੀ ਪੀਰੀ ਦਾ ਸਿਧਾਂਤ ਸਿੱਖੀ ਸਿਧਾਂਤਾਂ ਵਿੱਚੋਂ ਨਿਕਲਦਾ ਹੈ, ਜੇ ਨਿਕਲਦਾ ਹੈ, ਗੁਰਬਾਣੀ ਵਿੱਚੋਂ ਨਿਕਲਦਾ ਹੈ, ਤਾਂ ਫਿਰ ਇਹਨੂੰ ਛੇਵੇਂ ਪਾਤਸ਼ਾਹ ਦੇ ਨਾਲ ਹੀ ਜੋੜ ਕੇ ਰੱਖ ਦੇਣਾ ਕਿ ਇਹ ਉਹਨਾਂ ਦਾ ਹੀ ਦਿੱਤਾ ਹੋਇਆ ਸਿਧਾਂਤ ਹੈ, ਫਿਰ ਕੀ ਅਸੀਂ ਉਹ ਕਹਿ ਸਕਦੇ ਹਾਂ? ਤੇ ਦੂਜੀ ਗੱਲ, ਮੀਰੀ ਤੇ ਪੀਰੀ ਸਾਨੂੰ ਦੋ ਰਸਤੇ ਦਿਖਾਉਂਦੀ ਹੈ। ਆਪਾਂ ਇਸ ਜਿਹੜੀ ਡਾਈਕੋਟਮੀ ਨੂੰ ਸਿੱਖੀ ਦੇ ਵਿੱਚ ਕਿਆ ਕੋਈ ਜਗ੍ਹਾ ਹੈ, ਆਪਾਂ ਇਹਦੇ ਬਾਰੇ ਥੋੜੀ ਜਿਹੀ ਵਿਚਾਰ ਕਰਾਂਗੇ। ਹੁਣ ਸਿੱਖ ਧਰਮ ਦੇ ਜਿਹੜੇ ਮੁੱਢਲੇ ਸਿਧਾਂਤ ਹਨ ਉਹ ਇਹ ਹਨ ਕਿ ਅਕਾਲ ਪੁਰਖ ਨੇ ਇਸ ਜਗਤ ਦੀ ਰਚਨਾ ਕੀਤੀ ਹੈ, ਔਰ ਅਕਾਲ ਪੁਰਖ ਕਰਤਾ ਹੈ, ਔਰ ਉਹ ਪ੍ਰੇਮ ਦੇ ਵਿੱਚ ਆ ਕੇ, ਤਰਸ ਦੇ ਵਿੱਚ ਆ ਕੇ ਉਹਨੇ ਇਸ ਜਗਤ ਦੀ ਰਚਨਾ ਕੀਤੀ ਹੈ, ਕਿਉਂਕਿ ਪ੍ਰਭੂ ਜਿਹੜਾ ਹੈ ਉਹ ਪ੍ਰੇਮ ਹੀ ਹੈ, ਪ੍ਰੇਮ ਦਾ ਹੀ ਸਰੂਪ ਹੈ। ਤੇ ਜੇ ਉਹਦਾ ਸਰੂਪ ਹੀ ਸਾਰਾ ਪ੍ਰੇਮ ਦਾ ਹੈ, ਤਾਂ ਫਿਰ ਇਹ ਗੱਲ ਅਸੀਂ ਕਹਿ ਸਕਦੇ ਹਾਂ ਕਿ ਜੋ ਹੈ ਹੀ ਪ੍ਰੇਮ, ਜੋ ਜਿਹਦਾ ਮਤਲਬ ਅਸੀਂ ਕਹੀਏ ਕਿ ਦ ਮੇਨ ਐਲੀਮੈਂਟ ਉਹ ਹੈ ਹੀ ਪ੍ਰੇਮ ਹੈ, ਤਾਂ ਫਿਰ ਉਹਦਾ ਹਰ ਕੰਮ, ਉਹਦਾ ਕੀਤਾ ਹੋਇਆ ਹਰ ਕੰਮ ਉਹ ਪ੍ਰੇਮ ਦਾ ਹੀ ਇੱਕ ਐਕਸਪ੍ਰੈਸ਼ਨ ਹੈ ਜਾਂ ਪ੍ਰਗਟਾਵਾ ਹੈ। ਉਹ ਕਰਤਾ ਹੈ, ਇਸ ਜਗਤ ਦਾ ਕਰਤਾ ਹੈ, ਤੇ ਉਹਦੀ ਹਰ ਕਿਰਤ ਜਿਹੜੀ ਹੈ ਉਹ ਪ੍ਰੇਮ ਦੇ ਥਰੂ ਹੀ ਪੈਦਾ ਹੋਈ ਹੈ। ਅਸੀਂ ਬਾਣੀ ਦੇ ਵਿੱਚ ਪੜ੍ਹਦੇ ਹਾਂ ਕਿ ਉਹਦਾ ਤੇ ਆਪਣੇ ਆਪ ਨੂੰ ਐਕਸਪ੍ਰੈਸ ਕਰਨ ਦਾ ਜਿਹੜਾ ਢੰਗ ਹੈ ਉਹ ਕੇਵਲ ਪ੍ਰੇਮ ਹੀ ਹੈ। ਜਿਵੇਂ ਜਪਜੀ ਸਾਹਿਬ ਦੇ ਵਿੱਚ ਆਉਂਦਾ ਹੈ, ਭਾਖਿਆ ਭਾਉ ਅਪਾਰ, ਕਿ ਉਹਦੀ ਭਾਖਾ ਭਾਵ ਉਹਦੀ ਭਾਸ਼ਾ, ਉਹਦੀ ਲੈਂਗੁਏਜ ਜਿਹੜੀ ਹੈ ਉਹ ਸਾਡੇ ਵਰਗੀ ਲੈਂਗੁਏਜ ਨਹੀਂ ਹੈ, ਉਹਦੀ ਲੈਂਗੁਏਜ ਹੈ ਭਾਵ, ਭਾਵ ਪ੍ਰੇਮ। ਉਹ ਪ੍ਰੇਮ ਦੇ ਰਾਹੀਂ ਆਪਣੀ ਗੱਲ ਨੂੰ ਕਨਵੇ ਕਰਦਾ ਹੈ, ਤੇ ਪ੍ਰੇਮ ਵੀ ਕੈਸਾ ਅਪਾਰ ਹੈ ਜਿਹਦਾ ਪਾਰ ਨਹੀਂ ਪਾਇਆ ਜਾ ਸਕਦਾ। ਐਸਾ ਪ੍ਰੇਮ ਹੈ ਜਿਹਦਾ ਅਸੀਂ ਕੋਈ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਉਹ ਕਿੰਨਾ ਕੁ ਵੱਡਾ ਹੈ। ਭਾਵ ਬੇਅੰਤ ਪ੍ਰੇਮ ਹੈ ਉਹਦਾ, ਔਰ ਉਸੇ ਰਾਹੀਂ ਹੀ ਅਕਾਲ ਪੁਰਖ ਆਪਣੇ ਆਪ ਨੂੰ ਐਕਸਪ੍ਰੈਸ ਕਰਦਾ ਹੈ, ਉਸੇ ਰਾਹੀਂ ਹੀ ਉਹ ਜਗਤ ਦੀ ਰਚਨਾ ਕਰਦਾ ਹੈ, ਤੇ ਉਸੇ ਰਾਹੀਂ ਹੀ ਜਗਤ ਨੂੰ ਉਹ ਚਲਾਉਂਦਾ ਹੈ। ਤੋ ਇਹ ਤਾਂ ਪਹਿਲੀ ਗੱਲ ਜਿਹੜਾ ਗੁਰਮਤ ਦੇ ਵਿੱਚ ਸਿਧਾਂਤ ਹੈ। ਇਸੇ ਕਰਕੇ ਹੀ ਅਕਾਲ ਪੁਰਖ ਦੇ ਨਾਲ ਜੁੜਨ ਲਈ ਸਾਨੂੰ ਜੋ ਵੀ ਰਸਤੇ ਦੱਸੇ ਗਏ ਹਨ ਉਹਨਾਂ ਦੇ ਵਿੱਚ ਪ੍ਰੇਮ ਦਾ ਹਿੱਸਾ ਲਾਜ਼ਮੀ ਤੌਰ ਤੇ ਹੈ। ਚਾਹੇ ਅਸੀਂ ਸੇਵਾ ਦੀ ਗੱਲ ਕਰੀਏ, ਚਾਹੇ ਅਸੀਂ ਸਿਮਰਨ ਨਾਮ ਜਪਣ ਦੀ ਗੱਲ ਕਰੀਏ, ਚਾਹੇ ਗਰੀਬ ਦੀ ਰੱਖਿਆ ਦੀ ਗੱਲ ਕਰੀਏ, ਪਰਉਪਕਾਰ ਦੀ ਗੱਲ ਕਰੀਏ, ਲੋਕ ਭਲਾਈ ਦੀ ਗੱਲ ਕਰੀਏ, ਹਰ ਚੀਜ਼ ਦੇ ਵਿੱਚ ਇੱਕ ਐਲੀਮੈਂਟ ਸਾਨੂੰ ਹਮੇਸ਼ਾ ਹੀ ਪ੍ਰੇਮ ਦਾ ਉਹਦੇ ਵਿੱਚ ਮਿਲਦਾ ਹੈ, ਕਿਉਂਕਿ ਪ੍ਰੇਮ ਤੋਂ ਬਿਨਾਂ ਪ੍ਰੇਮ ਦੇ ਸਰੂਪ ਪ੍ਰਭੂ ਤੱਕ ਪਹੁੰਚਿਆ ਹੀ ਨਹੀਂ ਜਾ ਸਕਦਾ। ਅਸੀਂ ਪੜ੍ਹਦੇ ਹਾਂ ਕਿ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤਾਂ ਪ੍ਰੇਮ ਜਿਹੜਾ ਹੈ ਇਹ ਸਾਡਾ ਪ੍ਰਾਇਮਰੀ ਮੀਨਸ ਆਫ ਰੀਚਿੰਗ ਗੋਡ ਹੈ। ਸਿੱਖ ਧਰਮ ਦੇ ਮੁਤਾਬਕ ਪ੍ਰੇਮ ਤੋਂ ਬਿਨਾਂ ਅਸੀਂ ਅਕਾਲ ਪੁਰਖ ਤੱਕ ਨਹੀਂ ਪਹੁੰਚ ਸਕਦੇ। ਤਾਂ ਹੁਣ ਫਿਰ ਜੇ ਇਹ ਗੱਲ ਠੀਕ ਹੈ, ਅਸੀਂ ਇਸ ਚੀਜ਼ ਨੂੰ ਪ੍ਰਵਾਨ ਕਰ ਲਈਏ, ਤਾਂ ਫਿਰ ਅਗਲਾ ਸਵਾਲ ਇਹ ਖੜਾ ਹੋ ਜਾਂਦਾ ਹੈ ਕਿ ਜੇ ਅਕਾਲ ਪੁਰਖ ਹੈ ਹੀ ਪ੍ਰੇਮ ਦਾ ਸਰੂਪ, ਉਹਨੇ ਇਸ ਜਗਤ ਨੂੰ ਬਣਾਇਆ ਹੀ ਪ੍ਰੇਮ ਦੇ ਵਿੱਚ ਆ ਕੇ ਹੈ, ਪ੍ਰੇਮ ਨਾਲ ਬਣਾਇਆ ਹੈ, ਪ੍ਰੇਮ ਦੀ ਹੀ ਕਿਰਤ ਹੈ, ਪ੍ਰੇਮ ਦੇ ਵਿੱਚੋਂ ਹੀ ਜਗਤ ਪੈਦਾ ਹੋਇਆ ਹੈ, ਤਾਂ ਫਿਰ ਜਿਵੇਂ ਕਿ ਦੂਜੇ ਧਰਮ ਸਾਨੂੰ ਕਹਿੰਦੇ ਹਨ ਕਿ ਇਹ ਜਗਤ ਮਿਥਿਆ ਹੈ, ਇਹ ਜਗਤ ਭੁਲੇਖਾ ਹੈ, ਜਾਂ ਜਿਵੇਂ ਬੁੱਧ ਧਰਮ ਕਹਿੰਦਾ ਹੈ ਜਗਤ ਦੁੱਖਾਂ ਦਾ ਘਰ ਹੈ,
ਜਾਂ ਕਈਆਂ ਨੇ ਇਹਨੂੰ ਬਿਲਕੁਲ ਝੂਠ ਕਹਿ ਦਿੱਤਾ, ਮਿੱਥਿਆ ਕਹਿ ਦਿੱਤਾ, ਕਿ ਇਹ ਗੱਲਾਂ ਉਸ ਜਗਤ ਦੇ ਉੱਤੇ ਟੁਕਦੀਆਂ ਹਨ ਜਿਹਨੂੰ ਉਸ ਪ੍ਰੇਮ ਵਾਲੇ ਪ੍ਰੇਮ ਸਰੂਪ ਪ੍ਰਭੂ ਨੇ ਪ੍ਰੇਮ ਸਹਿਤ ਜਿਹਦੀ ਰਚਨਾ ਕੀਤੀ ਹੋਵੇ। ਤਾਂ ਕੀ ਉਹ ਐਸਾ ਜਗਤ ਰਚੇਗਾ ਜਿਹੜਾ ਮਿਥਿਆ ਹੋਵੇ, ਭੁਲੇਖਾ ਹੋਵੇ, ਦੁੱਖਾਂ ਦਾ ਘਰ ਹੋਵੇ? ਇਹ ਇੱਕ ਪ੍ਰੇਮ ਵਾਲੀ ਰਚਨਾ ਤਾਂ ਨਹੀਂ ਇਸ ਨੂੰ ਕਿਹਾ ਜਾ ਸਕਦਾ। ਤੇ ਜੇ ਉਹ ਵਾਕਈ ਪ੍ਰੇਮ ਦਾ ਸਰੂਪ ਹੈ, ਜੇ ਵਾਕਈ ਉਸਨੇ ਪ੍ਰੇਮ ਦੇ ਨਾਲ ਇਹ ਸਾਰੀ ਰਚਨਾ ਕੀਤੀ ਹੈ, ਤਾਂ ਫਿਰ ਇਹ ਸੋਚ ਕੇ ਕਿ ਇਹ ਜਗਤ ਮਿਥਿਆ ਹੈ, ਭੁਲੇਖਾ ਹੈ ਜਾਂ ਦੁੱਖਾਂ ਦਾ ਘਰ ਹੈ, ਤਾਂ ਫਿਰ ਐਸੇ ਜਗਤ ਦਾ ਤਿਆਗ ਕਰਨਾ ਕਿਵੇਂ ਯੋਗ ਹੋ ਸਕਦਾ? ਜਿਹੜੀ ਚੀਜ਼ ਨਾ ਮਿਥਿਆ ਹੈ, ਨਾ ਭੁਲੇਖਾ ਹੈ, ਨਾ ਦੁੱਖਾਂ ਦਾ ਘਰ ਹੈ, ਇਹ ਤਾਂ ਪ੍ਰੇਮ ਨਾਲ ਬਣਾਈ ਹੋਈ ਵਧੀਆ ਵਸਤੂ ਹੈ ਜਿਹੜੀ ਉਸਨੇ ਆਪਣੇ ਕਿਰਤ ਨੂੰ, ਆਪਣੀ ਸੰਤਾਨ ਨੂੰ ਇਹ ਬਖਸ਼ੀ ਹੈ। ਤਾਂ ਫਿਰ ਇਹਦਾ ਤਿਆਗ ਕਿਉਂ ਕੀਤਾ ਜਾਵੇ? ਤੇ ਜੇ ਇਹ ਗੱਲ ਹੈ ਤਾਂ ਫਿਰ ਜਗਤ ਦਾ ਤਿਆਗ ਕਰਨਾ, ਜਿਹੜਾ ਜਗਤ ਦਾ ਤਿਆਗ ਕਰਨ ਦਾ ਰਸਤਾ ਦੂਜੇ ਧਰਮਾਂ ਨੇ ਸਾਨੂੰ ਦੱਸਿਆ, ਜਿਹਦੀ ਗੁਰਮਤਿ ਦੇ ਵਿੱਚ ਬੜੀ ਸਖਤ ਕਰੜੀ ਨਿਖੇਧੀ ਹੈ, ਤੇ ਜਗਤ ਦਾ ਤਿਆਗ ਕਰਨ ਵਾਲਾ ਮਨੁੱਖ ਕੀ ਪ੍ਰਭੂ ਦਾ ਪਿਆਰਾ ਕਹਾ ਸਕਦਾ ਹੈ? ਕੀ ਫਿਰ ਉਹ ਸੰਤ ਅਸੀਂ ਉਹਨੂੰ ਕਹਿ ਸਕਦੇ ਹਾਂ ਜਾਂ ਮਹਾਂਪੁਰਖ ਕਹਿ ਸਕਦੇ ਹਾਂ? ਜਿਹੜੀ ਚੀਜ਼ ਅਕਾਲ ਪੁਰਖ ਨੇ, ਪ੍ਰੇਮ ਦੇ ਸਰੂਪ ਅਕਾਲ ਪੁਰਖ ਨੇ ਸਾਨੂੰ ਪ੍ਰੇਮ ਨਾਲ ਬਣਾ ਕੇ ਦਿੱਤੀ ਹੈ, ਉਹਨੂੰ ਅਸੀਂ ਮਾੜਾ ਕਹਿ ਦਈਏ ਤੇ ਫਿਰ ਉਹ ਪ੍ਰਭੂ ਦਾ ਪਿਆਰਾ ਕਿਵੇਂ ਹੋ ਗਿਆ? ਉਹਨੂੰ ਪ੍ਰਭੂ ਕਿਵੇਂ ਚੰਗਾ ਲੱਗਦਾ ਹੋ? ਹੁਣ ਇਹ ਤਾਂ ਬਿਲਕੁਲ ਸਧਾਰਨ ਜਿਹੇ ਲੌਜਿਕ ਦੀ ਗੱਲ ਹੈ ਕਿ ਜਿਹੜੀ ਚੀਜ਼ ਸਾਨੂੰ ਪ੍ਰੇਮ ਨਾਲ ਆਮ ਜੀਵਨ ਦੇ ਵਿੱਚ ਵੀ ਕੋਈ ਦਿੰਦਾ ਹੈ, ਉਹ ਸਾਨੂੰ ਦੇਖਣ ਨੂੰ ਭਾਵੇਂ ਕਈ ਵਾਰੀ ਨਿਗੂਣੀ ਵੀ ਲੱਗਦੀ ਹੈ, ਪਰ ਅਸੀਂ ਉਹਨੂੰ ਬੜੀ ਵੈਲਿਊਏਬਲ ਸਮਝ ਕੇ ਸਾਂਭਦੇ ਹਾਂ। ਨਿੱਕੀ ਜਿਹੀ ਚੀਜ਼ ਹੁੰਦੀ ਹੈ ਤੇ ਉਹਨੂੰ ਦਿਲ ਦੇ ਨਾਲ ਲਾ ਕੇ ਰੱਖਦੇ ਹਾਂ, ਸੰਭਾਲ ਕੇ ਰੱਖਦੇ ਹਾਂ, ਕਦੀ ਸੁੱਟਦੇ ਨਹੀਂ, ਯਾਦਾਂ ਸੰਭਾਲ ਲੈਂਦੇ ਹਾਂ। ਤੇ ਉਹ ਉਸ ਅਕਾਲ ਪੁਰਖ ਨੇ ਜੋ ਸਾਨੂੰ ਦਾਤ ਬਖਸ਼ੀ ਹੈ ਪ੍ਰੇਮ ਦੇ ਨਾਲ ਰਚ ਕੇ, ਉਹਨੂੰ ਅਸੀਂ ਮਾੜਾ ਕਹਿ ਕੇ ਉਹਦਾ ਤਿਆਗ ਕਰ ਦਈਏ, ਉਹਨੂੰ ਲੱਤ ਮਾਰ ਕੇ ਲਾਂਭੇ ਕਰ ਦਈਏ, ਤਾਂ ਕੀ ਐਸੇ ਵਿਅਕਤੀ ਨੂੰ ਪ੍ਰਭੂ ਦਾ ਪਿਆਰਾ ਜਾਂ ਸੰਤ ਜਾਂ ਮਹਾਂਪੁਰਖ ਜਾਂ ਕੋਈ ਹੋਰ ਕੋਈ ਅਸੀਂ ਨਾਮ ਦੇ ਕੇ ਕੀ ਅਸੀਂ ਇਹ ਮੰਨ ਸਕਦੇ ਹਾਂ? ਇਹੀ ਕਾਰਨ ਹੈ ਕਿ ਗੁਰਮਤਿ ਦੇ ਵਿੱਚ ਜਗਤ ਦਾ ਤਿਆਗ ਕਰਨਾ ਇਹ ਪ੍ਰਭੂ ਦੇ ਰਸਤੇ ਤੇ ਚੱਲਣ ਵਾਲੇ ਬੰਦਿਆਂ ਦੇ ਜੀਵਨ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ, ਇਹਦੀ ਬੜੀ ਨਿਖੇਧੀ ਕੀਤੀ ਗਈ। ਫਿਰ ਦੂਜਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਇਹ ਸਾਰਾ ਜਗਤ ਅਕਾਲ ਪੁਰਖ ਨੇ ਪ੍ਰੇਮ ਸਰੂਪ ਹੋ ਕੇ ਰਚਿਆ ਹੈ, ਪ੍ਰੇਮ ਵਿੱਚ ਭਿੱਜ ਕੇ ਰਚਿਆ ਹੈ, ਪ੍ਰੇਮ ਵਿੱਚ ਭਿੱਜ ਕੇ ਉਹਨੇ ਕਿਰਤ ਕੀਤੀ ਹੈ, ਉਹਦੀ ਤਾਂ ਭਾਸ਼ਾ ਹੀ ਪ੍ਰੇਮ ਹੈ ਜਿਵੇਂ ਆਪਾਂ ਗੱਲ ਕੀਤੀ ਹੈ, ਤਾਂ ਇਸ ਕਿਰਤ ਦੇ ਵਿੱਚ ਉਹ ਜਿਹੜੇ ਇੱਕ ਬੜੇ ਅਸੀਂ ਕਹੀਏ ਕਿ ਅਜੀਬ ਕਿਸਮ ਦੇ ਨਿਯਮ ਬਣਾ ਸਕਦਾ ਹੈ, ਜਿਹੜੇ ਇੱਕ ਆਮ ਸਾਡੇ ਵਰਗੇ ਕਾਮਨ ਸੈਂਸ ਵਾਲੇ ਆਦਮੀ ਨੂੰ ਵੀ ਇਹ ਲੱਗਦਾ ਹੋਵੇ ਵੀ ਇਹ ਤਾਂ ਗੱਲ ਹੀ ਗਲਤ ਹੈ। ਤਾਂ ਕੀ ਇਸ ਜਗਤ ਦੇ ਵਿੱਚ, ਅਕਾਲ ਪੁਰਖ ਦੇ ਜਗਤ ਦੇ ਵਿੱਚ ਜਿਹੜਾ ਉਹਨੇ ਰਚਿਆ, ਇਹਦੇ 'ਚ ਛੂਤ ਛਾਤ ਹੋ ਸਕਦੀ ਹੈ? ਕੀ ਅਕਾਲ ਪੁਰਖ ਆਪਣੇ ਜਗਤ ਦੇ ਵਿੱਚ ਛੂਤ ਛਾਤ ਦੀ ਬਿਮਾਰੀ ਪਾ ਸਕਦਾ ਹੈ? ਕਿਉਂਕਿ ਉਹਨੇ ਤਾਂ ਪ੍ਰੇਮ ਨਾਲ ਰਚਿਆ ਨਾ। ਤਾਂ ਫਿਰ ਕੀ ਉਹ ਜਾਤ ਪਾਤ ਵੀ ਇਹਦੇ 'ਚ ਪਾ ਸਕਦਾ, ਉੱਚਾ ਨੀਵਾਂ ਬਣਾ ਸਕਦਾ? ਜਾਂ ਦੂਜੇ ਪਾਸੇ ਚੱਲੀਏ ਤੇ ਉਹ ਮੂਮਿਨ ਤੇ ਕਾਫਰ ਦੀ ਡਿਵੀਜ਼ਨ ਇਹਦੇ 'ਚ ਕਰ ਸਕਦਾ, ਕਿਉਂਕਿ ਸਾਰੇ ਹੀ ਉਹਦੇ ਬੱਚੇ ਨੇ, ਸਾਰੇ ਹੀ ਉਹਦੇ ਬਣਾਏ ਹੋਏ ਨੇ, ਸਾਰੇ ਹੀ ਉਹਦੇ ਹੁਕਮ ਦੇ ਵਿੱਚ ਚੱਲ ਰਹੇ ਨੇ, ਸਾਰੇ ਉਹਦੇ ਨਿਯਮਾਂ ਦੇ ਮੁਤਾਬਕ ਆਪਣਾ ਜੀਵਨ ਬਤੀਤ ਕਰ ਰਹੇ ਨੇ। ਤਾਂ ਕੀ ਉਹਦੇ 'ਚ ਮੂਮਿਨ ਤੇ ਕਾਫਰ ਦੀ ਕਲਾਸੀਫਿਕੇਸ਼ਨ ਹੋ ਸਕਦੀ ਹੈ? ਕੀ ਮੂਮਿਨ ਨੂੰ ਇਹ ਰਾਈਟ ਦਿੱਤਾ ਜਾ ਸਕਦਾ ਹੈ ਕਿ ਤੂੰ ਕਾਫਰ ਦਾ ਸਿਰ ਲਾ ਦੇ? ਜਾਂ ਆਪਣੇ ਇਸ ਜਗਤ ਦੇ ਵਿੱਚ ਹੀ ਆ ਜਾਈਏ, ਇਸ ਦੇਸ਼ ਦੇ ਵਿੱਚ ਹੀ ਆ ਜਾਈਏ, ਤਾਂ ਕੀ ਅਣਧਰਮੀਆਂ ਨੂੰ ਮਲੇਛ ਦੀ ਸੰਗਿਆ ਦਿੱਤੀ ਜਾ ਸਕਦੀ ਤੇ ਆਪਣੇ ਆਪ ਨੂੰ ਦੇਵ ਪੁਰਸ਼ ਕਿਹਾ ਜਾ ਸਕਦਾ? ਜੇ ਉਸ ਅਕਾਲ ਪੁਰਖ ਦੇ ਨਾਲ ਸਾਡਾ ਪ੍ਰੇਮ ਹੈ, ਜੇ ਅਸੀਂ ਇਹ ਮੰਨਦੇ ਹਾਂ ਕਿ ਅਕਾਲ ਪੁਰਖ ਨੇ ਇਹ ਜਗਤ ਬਣਾਇਆ ਹੈ, ਸਾਨੂੰ ਵੀ ਉਹਨੇ ਬਣਾਇਆ ਹੈ, ਪੂਰੀ ਰਚਨਾ ਉਹਦੀ ਰਚਨਾ ਹੈ, ਤਾਂ ਫਿਰ ਇਸ ਰਚਨਾ ਦੇ ਬਾਰੇ ਜੋ ਸਾਡੇ ਵਿਚਾਰ ਹਨ, ਉਹਨਾਂ ਦੇ ਵਿੱਚ ਛੂਤ ਛਾਤ, ਜਾਤ ਪਾਤ, ਮੂਮਨ ਕਾਫਿਰ ਜਾਂ ਮਲੇਛ ਜਾਂ ਦੇਵ ਪੁਰਸ਼ ਦੀ ਜਿਹੜੀ ਕਲਾਸੀਫਿਕੇਸ਼ਨ ਹੈ, ਜਿਹੜੀ ਕਿ ਬੇਸਿਕਲੀ ਵਖਰੇਵੇਂ ਕ੍ਰੀਏਟ ਕਰਦੀ ਹੈ, ਅਨਿਆਂ ਕ੍ਰੀਏਟ ਕਰਦੀ ਹੈ ਔਰ ਜ਼ੁਲਮ ਕ੍ਰੀਏਟ ਕਰਦੀ ਹੈ, ਉਹ ਕਿਵੇਂ ਅਸੀਂ ਪ੍ਰਵਾਨ ਕਰ ਸਕਦੇ ਹਾਂ? ਇਸ ਦੇ ਵਿੱਚ ਉਹ ਪ੍ਰਵਾਨ ਨਹੀਂ ਹੋ ਸਕਦਾ। ਇਹ ਅਕਾਲ ਪੁਰਖ ਦੀ ਰਚਨਾ ਵਿੱਚ ਇਹ ਵਰਤਾਰਾ ਨਹੀਂ ਹੋ ਸਕਦਾ। ਇਸੇ ਕਰਕੇ ਗੁਰਮਤਿ ਦਾ ਸਿਧਾਂਤ ਹੈ ਕਿ ਹਰ ਵਿਅਕਤੀ
ਚਾਹੇ ਉਹ ਕਿਸੇ ਜਾਤ ਧਰਮ ਨਸਲ ਰੰਗ ਭੇਦ ਕੁਝ ਵੀ ਹੋਵੇ, ਉਹ ਅਕਾਲ ਪੁਰਖ ਨੇ ਬਣਾਇਆ ਹੈ। ਤੇ ਸਾਰੇ ਅਕਾਲ ਪੁਰਖ ਦੀ ਰਚਨਾ, ਹਰ ਮਨੁੱਖ ਉਹਦੇ ਵਿੱਚ ਬਰਾਬਰ ਦਾ ਦਰਜਾ ਰੱਖਦਾ ਹੈ। ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਕੋਈ ਅਛੂਤ ਨਹੀਂ ਤੇ ਕੋਈ ਪਵਿੱਤਰ ਨਹੀਂ। ਇਹ ਕਲਾਸੀਫਿਕੇਸ਼ਨਸ ਇਸ ਰਚਨਾ ਦੇ ਵਿੱਚ ਅਸੀਂ ਪ੍ਰਵਾਨ ਨਹੀਂ ਕਰ ਸਕਦੇ। ਗੁਰਮਤ ਦਾ ਇਹ ਸਿਧਾਂਤ ਵੀ ਇਸੇ ਕਰਕੇ ਨਿਕਲਿਆ ਹੈ ਕਿਉਂਕਿ ਅਕਾਲ ਪੁਰਖ ਨੇ ਤਾਂ ਬੜੇ ਪ੍ਰੇਮ ਨਾਲ ਇਸ ਜਗਤ ਦੀ ਰਚਨਾ ਕੀਤੀ ਹੈ, ਤਾਂ ਇਹਦੇ ਵਿੱਚ ਨਹੀਂ ਹੋ ਸਕਦਾ। ਤਾਂ ਇਹ ਤਾਂ ਉਹ ਗੱਲਾਂ ਹੋਈਆਂ ਜਿਹੜੀਆਂ ਅਸੀਂ ਪ੍ਰਵਾਨ ਨਹੀਂ ਕਰ ਸਕਦੇ। ਤੇ ਫਿਰ ਇਹਦੇ ਬਾਰੇ, ਜਗਤ ਦੇ ਬਾਰੇ ਗੁਰਮਤ ਸਿਧਾਂਤ ਹੈ ਕੀ? ਗੁਰਮਤ ਸਿਧਾਂਤ ਇਹ ਹੈ ਕਿ ਇਹ ਜਗਤ ਦੀ ਰਚਨਾ ਉਸ ਸਤ ਪ੍ਰਭੂ, ਜਿਹਦਾ ਮੁੱਢਲਾ ਨਾਮ ਹੀ ਸਤਨਾਮ ਹੈ, ਉਸ ਸੱਚੇ ਪ੍ਰਭੂ ਭਾਵ ਜਿਸ ਦੀ ਹੋਂਦ ਹੈ ਔਰ ਜਿਹੜਾ ਸਦਾ ਸਥਿਰ ਰਹਿੰਦਾ ਹੈ, ਉਹਨੇ ਇਹ ਜਗਤ ਦੀ ਰਚਨਾ ਕੀਤੀ ਹੈ ਤੇ ਆਪਣੇ ਅਕਸ ਦੇ ਵਿੱਚ ਕੀਤੀ ਹੈ। ਉਹ ਆਪ ਇਹਦੇ ਵਿੱਚ ਨਿਵਾਸ ਕਰ ਰਿਹਾ ਹੈ। ਤਾਂ ਇਹ ਮਿਥਿਆ, ਜਗਤ ਦੀ ਰਚਨਾ ਮਿਥਿਆ ਨਹੀਂ ਹੋ ਸਕਦੀ, ਇਹ ਸੱਤ ਹੈ। ਇਹ ਗੁਰਮਤ ਸਿਧਾਂਤ ਹੈ ਕਿ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਇਹ ਇੱਕ ਆਪਾਂ ਪੰਕਤੀ ਲੈ ਰਹੇ ਹਾਂ, ਹੋਰ ਵੀ ਅਨੇਕਾਂ ਪੰਕਤੀਆਂ ਇਸ ਭਾਵ ਦੀਆਂ ਗੁਰਬਾਣੀ ਦੇ ਵਿੱਚ ਮੌਜੂਦ ਹਨ। ਬੜੇ ਵਿਸਥਾਰ ਦੇ ਵਿੱਚ, ਜਿਵੇਂ ਗੁਰੂ ਸਾਹਿਬ ਨੇ ਇੱਕ ਥਾਂ ਤੇ, ਅਸੀਂ ਪੜ੍ਹਦੇ ਹਾਂ ਬਾਰ-ਬਾਰ ਉਹ ਪੌੜੀ, ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ। ਲੰਬੀ ਪੌੜੀ ਹੈ ਜਿਹਦੇ ਵਿੱਚ ਕਾਫੀ ਵਿਸਥਾਰ ਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਇਹ ਸਮਝਾਇਆ ਹੈ ਕਿ ਇਹ ਸਾਰੀਆਂ ਚੀਜ਼ਾਂ ਸੱਚੀਆਂ ਹਨ। ਇਹਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਹੈ ਕਿ ਇਹ ਮਿੱਥਿਆ ਜਾਂ ਝੂਠ ਜਾਂ ਭੁਲੇਖਾ ਹੈ। ਇਹ ਜਗਤ ਸੱਤ ਹੈ। ਤੇ ਜੇ ਇਹ ਫਿਰ ਜਗਤ ਸੱਤ ਹੈ, ਇਹ ਪਾਪ ਦਾ ਘਰ ਵੀ ਨਹੀਂ ਹੈ, ਤਾਂ ਫਿਰ ਇਹ ਕਿਹੜੀ ਥਾਂ ਹੈ? ਇਹ ਸੱਤ ਹੈ, ਪਹਿਲਾਂ ਦੀ ਗੱਲ, ਇਹ ਭੁਲੇਖਾ ਨਹੀਂ ਹੈ। ਦੂਜਾ ਉਹ ਕਹਿੰਦੇ ਹਨ ਇਹ ਪਾਪ ਦਾ ਘਰ ਹੈ, ਇੱਥੇ ਪਾਪ ਵਰਤਦਾ ਹੈ ਤੇ ਇਹਨੂੰ ਛੱਡਣ ਦੀ ਲੋੜ ਹੈ। ਤਾਂ ਫਿਰ ਗੁਰਬਾਣੀ ਉੱਥੇ ਕੀ ਕਹਿੰਦੀ ਹੈ? ਗੁਰਬਾਣੀ ਦਾ ਉੱਥੇ ਵੀ ਪ੍ਰਿੰਸੀਪਲ ਬਿਲਕੁਲ ਕਲੀਅਰ ਹੈ ਕਿ ਇਹ ਜਗਤ ਪਾਪ ਦਾ ਘਰ ਨਹੀਂ ਹੈ, ਸਗੋਂ ਇਹ ਤਾਂ ਧਰਮ ਕਮਾਉਣ ਦੀ ਜਗ੍ਹਾ ਹੈ। ਜਿਵੇਂ ਜਪਜੀ ਸਾਹਿਬ ਦੇ ਵਿੱਚ ਹੀ ਸਾਨੂੰ ਸਮਝਾਇਆ ਕਿ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਹਿਬ। ਤਾਂ ਇਹ ਧਰਮ ਕਮਾਉਣ ਦੀ ਜਗ੍ਹਾ ਹੈ। ਅਸੀਂ ਇਸ ਜਗਤ ਵਿੱਚ ਇਸ ਕਰਕੇ ਆਏ ਹਾਂ ਕਿ ਅਸੀਂ ਇੱਕ ਚੰਗਾ ਜੀਵਨ, ਪ੍ਰਿੰਸੀਪਲਡ ਜੀਵਨ, ਅਕਾਲ ਪੁਰਖ ਦੀ ਰਜ਼ਾ ਵਾਲਾ ਜੀਵਨ, ਉਹਦੇ ਬਣਾਏ ਨਿਯਮਾਂ ਦੇ ਵਿੱਚ ਰਹਿ ਕੇ ਉਹ ਜੀਵਨ ਅਸੀਂ ਜਿਉਣਾ ਹੈ। ਉਸ ਦੇ ਨਾਲ ਪ੍ਰੇਮ ਦਾ ਜੀਵਨ ਜੀਣਾ ਹੈ ਤੇ ਉਹਦੀ ਰਚਨਾ ਨਾਲ ਪ੍ਰੇਮ ਦਾ ਜੀਵਨ ਜੀਣਾ ਹੈ। ਇਹੀ ਧਰਮ ਅਸੀਂ ਇੱਥੇ ਕਮਾਉਣਾ ਹੈ। ਤਾਂ ਫਿਰ ਗੱਲ ਬੜੀ ਸਪਸ਼ਟ ਹੋ ਗਈ ਕਿ ਸਿੱਖੀ ਦੇ ਵਿੱਚ ਕਿਸੇ ਤਿਆਗੀ, ਬ੍ਰਹਮਚਾਰੀ ਜਾਂ ਜਿਹੜਾ ਗੈਰ ਗ੍ਰਸਤੀ ਹੈ, ਜਿਹਨੇ ਗ੍ਰਸਤ ਆਸ਼ਰਮ ਦਾ ਤਿਆਗ ਕੀਤਾ ਹੋਇਆ ਹੈ, ਉਹਨੂੰ ਸਿੱਖੀ ਦੇ ਵਿੱਚ ਅਸੀਂ ਸੰਤ ਦਾ ਦਰਜਾ ਕਿਵੇਂ ਦੇ ਸਕਦੇ, ਜਿਹੜਾ ਇਸ ਪ੍ਰੇਮ ਦੀ ਬਣਾਈ ਹੋਈ ਕਿਰਤ ਨੂੰ ਨਫ਼ਰਤ ਕਰਦਾ? ਤਾਂ ਅੱਗੇ ਫਿਰ ਗੱਲ ਇਹ ਹੋ ਗਈ ਕਿ ਜੇ ਇਸ ਜਗਤ ਦੇ ਵਿੱਚ ਧਰਮ ਕਮਾਉਣ ਦੀ ਥਾਂ ਹੈ, ਤਾਂ ਫਿਰ ਤਿਆਗੀ ਨੂੰ ਨਕਾਰ ਕੇ ਗ੍ਰਸਤੀ ਨੂੰ ਹੀ ਜਿਹੜਾ ਹੈ ਉਹ ਪ੍ਰਧਾਨਤਾ ਦੇਣੀ ਲਾਜ਼ਮੀ ਹੋ ਜਾਂਦੀ ਹੈ। ਇਟ ਆਟੋਮੈਟਿਕਲੀ ਫਲੋਜ਼ ਫਰਮ ਦਾ ਬੇਸਿਕ ਪ੍ਰਿੰਸੀਪਲਸ। ਇਸੇ ਕਰਕੇ ਭਾਈ ਗੁਰਦਾਸ ਨੇ ਲਿਖ ਦਿੱਤਾ ਕਿ ਸਾਰਿਆਂ ਧਰਮਾਂ ਵਿੱਚੋਂ ਗ੍ਰਸਤ ਧਰਮ ਪ੍ਰਧਾਨ ਹੈ, ਸਕਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਤਾਂ ਇਹ ਜਿਹੜਾ ਗ੍ਰਸਤੀ ਦਾ ਭਾਵ, ਅਸੀਂ ਜਿਹਨੂੰ ਕਹਿੰਦੇ ਨੇ ਇੱਕ ਨਿਵਰਤੀ ਦਾ ਧਰਮ ਕਿਹਾ ਜਾਂਦਾ ਸੀ, ਇੱਕ ਪ੍ਰਵਿਰਤੀ ਦਾ। ਨਿਵਰਤੀ ਮਤਲਬ ਇਹਨੂੰ ਛੱਡ ਕੇ ਦੌੜ ਜਾਣਾ, ਛੱਡ ਦੇਣਾ, ਤਿਆਗ ਕਰ ਦੇਣਾ। ਤੇ ਪ੍ਰਵਿਰਤੀ ਮਤਲਬ ਇਹਦੇ ਵਿੱਚ ਪ੍ਰਵਿਰਤ ਹੋ ਕੇ ਇਹਦੇ ਅੰਦਰ ਰਹਿ ਕੇ ਜੀਵਨ ਬਤੀਤ ਕਰਨਾ। ਤਾਂ ਇਹ ਪ੍ਰਵਿਰਤੀ ਦਾ ਧਰਮ ਜਿਹੜਾ ਹੈ ਉਹ ਸਿੱਖੀ ਧਰਮ ਹੈ ਕਿ ਅਸੀਂ ਜਗਤ ਦੀ ਰਚਨਾ ਦੇ ਵਿੱਚ, ਜਗਤ ਦੇ ਸਮਾਜ ਦੇ ਵਿੱਚ, ਜਗਤ ਦੇ ਕਿਰਤ ਕਰਕੇ ਆਪਣੇ ਆਪ ਨੂੰ ਜਗਤ ਦੇ ਲਈ ਲਾਹੇਵੰਦਾ ਬਣਾਉਣ ਦੇ ਵਿੱਚ ਹੀ ਇਸ ਧਰਮ ਦੀ ਮਹਾਨਤਾ ਹੈ। ਇਹਦਾ ਤਿਆਗ ਕਰਕੇ ਮੰਗ ਖਾਣ ਦੇ ਵਿੱਚ, ਲੋਕਾਂ ਉੱਤੇ ਡਿਪੈਂਡੈਂਟ ਹੋਣ ਦਾ ਜਿਹੜਾ ਕੰਮ ਹੈ, ਉਹ ਸਿੱਖੀ ਦੇ ਵਿੱਚ ਕਦੀ ਪ੍ਰਵਾਨ ਨਹੀਂ ਹੋ ਸਕਦਾ। ਇਸ ਜਗਤ ਦੇ ਵਿੱਚ ਰਹਿੰਦਿਆਂ ਹੋਇਆਂ ਗੱਲ ਸਿਰਫ ਇੱਕੋ ਹੈ ਕਿ ਇਸ ਜਗਤ ਦੇ ਅੰਦਰ ਰਹਿੰਦਿਆਂ ਹੋਇਆਂ ਉਹ ਹਮੇਸ਼ਾ ਸੁਚੇਤ ਰਵੇ ਤੇ ਆਪਣੇ ਜੀਵਨ ਦੀ ਜੁਗਤ ਨੂੰ ਧਰਮ ਵਾਲੀ ਜੁਗਤ ਰੱਖੇ, ਭਾਵ ਅਕਾਲ ਪੁਰਖ ਦੇ ਹੁਕਮ ਦੇ ਵਿੱਚ, ਉਹਦੇ ਨਿਯਮਾਂ ਦੇ ਮੁਤਾਬਕ ਜੀਵਨ। ਜਿਵੇਂ ਸਿੱਧ ਗੋਸ਼ਟੀ 'ਚ ਸਿੱਧਾ ਨੇ ਪ੍ਰਸ਼ਨ ਪੁੱਛਿਆ ਸੀ ਤਾਂ ਸਤਿਗੁਰੂ ਜੀ ਨੇ ਕਿਹਾ ਸੀ ਕਿ ਹਾਟੀ ਬਾਟੀ
ਨੀਂਦ ਨਾ ਆਵੇ, ਕਿਉਂਕਿ ਉਹਨਾਂ ਨੇ ਤਾਂ ਕਿਹਾ ਸੀ ਅਸੀਂ ਤਾਂ ਹਾਟੀ ਬਾਟੀ ਤੋਂ ਨਿਰਾਲੇ ਹੋ ਕੇ ਰਹਿੰਦੇ ਆ, ਇਹਨੂੰ ਛੱਡ ਦਿੰਦੇ ਆ ਕਿਉਂਕਿ ਇਹ ਜੀਵਨ ਦਾ ਰਸਤਾ ਨਹੀਂ। ਤੇ ਸਤਿਗੁਰੂ ਜੀ ਨੇ ਕਿਹਾ ਸੀ ਹਾਟੀ ਬਾਟੀ ਨੀਂਦ ਨਾ ਆਵੇ, ਭਾਵ ਇੱਥੇ ਅਸੀਂ ਅਚੇਤ ਹੋ ਕੇ ਜਾਂ ਸੌਂ ਕੇ ਜਾਂ ਅਵੇਸਲੇ ਹੋ ਕੇ ਜੀਵਨ ਨਹੀਂ ਬਤੀਤ ਕਰਦੇ, ਅਸੀਂ ਸੁਚੇਤ ਹੋ ਕੇ ਜੀਵਨ ਬਤੀਤ ਕਰਨਾ। ਨੀਂਦ ਨਹੀਂ ਆਉਣੀ ਚਾਹੀਦੀ, ਹਮੇਸ਼ਾ ਸੁਚੇਤ ਰਹਿਣਾ ਚਾਹੀਦਾ ਹੈ, ਤਾਂ ਕਿ ਸਾਨੂੰ ਆਪਣੇ ਫਰਜ਼ਾਂ ਦੀ, ਆਪਣੇ ਡਿਊਟੀਆਂ ਦੀ, ਉਹਨਾਂ ਦਾ ਅਸੀਂ ਪਾਲਣ ਕਰੀਏ ਤੇ ਜਗਤ ਦਾ ਭਲਾ ਕਰੀਏ। ਇਹ ਸਾਡੇ ਜੀਵਨ ਦੀ ਜੁਗਤ ਹੈ। ਤਾਂ ਹੁਣ ਗੱਲ ਬੜੀ ਸਪਸ਼ਟ ਹੋ ਗਈ ਕਿ ਜਦੋਂ ਅਸੀਂ ਸੰਤ ਸਿਪਾਹੀ ਦੇ ਗੱਲ ਕਰਦੇ ਹਾਂ ਜਾਂ ਮੀਰੀ ਪੀਰੀ ਦੇ ਸਿਧਾਂਤ ਨੂੰ ਇੱਕ ਨਵੇਂ ਸਿਧਾਂਤ ਦੇ ਤੌਰ ਤੇ ਪ੍ਰਗਟ ਕਰਦੇ ਹਾਂ ਜੋ ਛੇਵੇਂ ਪਾਤਸ਼ਾਹ ਨੇ ਦਿੱਤਾ, ਤਾਂ ਇਹ ਦੋਵੇਂ ਗੱਲਾਂ ਸਿੱਖੀ ਦੇ ਮੁੱਢਲੇ ਸਿਧਾਂਤਾਂ ਦੀ ਕਸਵੱਟੀ ਤੇ ਜਦੋਂ ਅਸੀਂ ਰੱਖਦੇ ਹਾਂ, ਦੋਨੋਂ ਰੱਦ ਹੋ ਜਾਂਦੀਆਂ ਨੇ। ਤਾਂ ਸੰਤ ਦੀ ਜੀਵਨ ਜੁਗਤੀ ਜਿਹੜੀ ਹੈ ਉਹ ਇਸ ਜਗਤ ਦੇ ਵਿੱਚ, ਇਸ ਸਿੱਖੀ ਸਿਧਾਂਤਾਂ ਦੇ ਵਿੱਚ ਸੰਤ ਬਣ ਕੇ ਇਸ ਜਗਤ ਦੇ ਵਿੱਚ ਜੀਣਾ ਉਹ ਪ੍ਰਵਾਨ ਨਹੀਂ ਹੈ। ਤਾਂ ਫਿਰ ਪ੍ਰਵਾਨ ਕੀ ਹੈ? ਸਿੱਖ ਦਾ ਫਰਜ਼ ਬਣਦਾ ਹੈ ਕਿ ਜਗਤ ਨੂੰ ਐਸੇ ਢੰਗ ਨਾਲ ਇਹਦੇ ਵਿੱਚ ਆਪਣੀ ਕੰਟਰੀਬਿਊਸ਼ਨ ਦੇਵੇ, ਜਗਤ ਨੂੰ ਐਸਾ ਬਣਾਉਣ ਦਾ ਯਤਨ ਕਰੇ, ਹਮੇਸ਼ਾ ਇਹਦੇ ਉੱਤੇ ਸੁਚੇਤ ਹੋ ਕੇ ਸਰਗਰਮੀ ਦੇ ਨਾਲ ਕੰਮ ਕਰੇ ਕਿ ਸਾਡਾ ਜੀਵਨ ਵੀ ਇਹੋ ਜਿਹਾ ਬਣੇ ਤੇ ਸਾਡਾ ਸਮਾਜ ਵੀ ਇਹੋ ਜਿਹਾ ਬਣੇ। ਦੋਨਾਂ ਦੇ ਵਾਸਤੇ ਹੀ ਅਸੀਂ ਯਤਨ ਕਰਨਾ ਹੈ। ਕੇਵਲ ਆਪਣੇ ਵਾਸਤੇ ਯਤਨ ਕਰਨਾ ਇਹ ਸਿੱਖੀ ਸਿਧਾਂਤ ਨਹੀਂ ਹੈ। ਅਸੀਂ ਆਪਣੇ ਜੀਵਨ ਨੂੰ ਵੀ ਉਸ ਅਕਾਲ ਪੁਰਖ ਦੇ ਨਿਯਮਾਂ, ਦੈਵੀ ਨਿਯਮਾਂ ਦੇ ਮੁਤਾਬਕ ਅਸੀਂ ਇਹਨੂੰ ਘੜਨਾ ਹੈ ਤੇ ਇਸ ਸਮਾਜ ਨੂੰ ਵੀ ਅਸੀਂ ਦੈਵੀ ਨਿਯਮਾਂ ਦੇ ਮੁਤਾਬਕ ਘੜਨਾ ਹੈ, ਦੈਵੀ ਕਿਰਪਾ ਦਾ ਸਰੂਪ ਬਣਾਉਣਾ ਹੈ, ਜਿੱਥੇ ਦੈਵੀ ਨਿਆਂ ਵਰਤੇ, ਭਾਵ ਉਹ ਨਿਆਂ ਜਿਹੜਾ ਅਕਾਲ ਪੁਰਖ ਨੇ ਸਾਡੇ ਆਪਣੇ ਨਿਯਮਾਂ ਦੇ ਵਿੱਚ ਰੱਖਿਆ ਹੈ, ਸਭ ਦੀ ਬਰਾਬਰੀ ਦਾ, ਸਭ ਨੂੰ ਮੁਕਤੀ ਦਾ ਰਸਤਾ ਪ੍ਰਾਪਤ ਹੋਣ ਦਾ, ਸਭ ਨੂੰ ਹਰ ਕੰਮ ਕਰਨ ਦਾ ਹੱਕ ਹੋਣ ਦਾ, ਕੋਈ ਡਿਸਕ੍ਰਿਮੀਨੇਸ਼ਨ ਨਾ ਹੋਣ ਦਾ, ਕੋਈ ਜ਼ੁਲਮ ਨਾ ਹੋਵੇ, ਜਿੱਥੇ ਕਿਸੇ ਨਾਲ ਬੇਇਨਸਾਫੀ ਨਾ ਹੋਵੇ, ਕਿਸੇ ਨੂੰ ਦਬਾਇਆ ਨਾ ਜਾਵੇ, ਹਰ ਇੱਕ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੋਵੇ। ਇਹ ਸਾਰੀਆਂ ਗੱਲਾਂ ਦੀ ਜੋ ਸਾਨੂੰ ਲੋੜ ਪੈਂਦੀ ਹੈ ਕਿ ਇਹ ਸਾਰੀ ਚੀਜ਼ ਨੂੰ ਇੱਕ ਸਿੱਖ ਨੇ ਆਪਣੇ ਜੀਵਨ ਦੇ ਵਿੱਚ ਵੀ ਡਿਵੈਲਪ ਕਰਨਾ, ਆਪਣੇ ਜੀਵਨ ਨੂੰ ਇਸ ਤਰ੍ਹਾਂ ਦਾ ਘੜਨਾ ਹੈ ਤੇ ਸਮਾਜ ਨੂੰ ਵੀ ਇਹੋ ਜਿਹਾ। ਹੁਣ ਇਹ ਦੋਨੇ ਪੈਰਲਲ ਚੱਲਦੀਆਂ ਹਨ। ਗੁਰਬਾਣੀ ਦੇ ਵਿੱਚ ਬੜੀ ਥਾਂ ਦੇ ਉੱਤੇ ਇਸ ਦੇ ਇਸ਼ਾਰੇ ਦਿੱਤੇ ਗਏ ਹਨ, ਜਿਹੜੇ ਕਿ ਮੁੱਖ ਤੌਰ ਦੇ ਉੱਤੇ ਤਾਂ ਉੱਥੇ ਜਿਵੇਂ ਦੱਸਿਆ ਗਿਆ ਹੈ ਉਹ ਆਤਮਿਕ ਜੀਵਨ ਨਾਲ ਸੰਬੰਧਿਤ, ਪਰ ਇਹ ਦੋਨੋਂ ਚੀਜ਼ਾਂ ਜਿੱਥੇ ਅਸੀਂ ਆਪਣੇ ਆਤਮਿਕ ਜੀਵਨ ਦੇ ਵਿੱਚ ਉਹ ਕਰਨੀ ਹੈ ਤਾਂ ਨਾਲ ਆਟੋਮੈਟਿਕਲੀ ਗੁਰਮਤਿ ਦੇ ਮੁਤਾਬਕ ਅਸੀਂ ਸਮਾਜ ਨੂੰ ਵੀ ਐਸਾ ਘੜਨਾ ਹੈ ਕਿ ਉੱਥੇ ਹਰ ਵਿਅਕਤੀ ਨੂੰ ਇਹ ਰਾਈਟ ਮਿਲ ਜਾਏ ਕਿ ਉਹ ਆਪਣਾ ਜੀਵਨ ਉਹਨਾਂ ਨਿਯਮਾਂ ਦੇ ਮੁਤਾਬਕ ਘੜ ਸਕੇ। ਜਿਵੇਂ ਕਿ ਅਸੀਂ ਕਹਿੰਦੇ ਹਾਂ ਕਿ ਸਿੱਖੀ ਦਾ ਆਦਰਸ਼ ਹੈ ਕਿ ਅਸੀਂ ਆਤਮਿਕ ਬੇਗਮਪੁਰੇ ਦੇ ਵਿੱਚ, ਜਿਹੜਾ ਭਗਤ ਰਵਿਦਾਸ ਜੀ ਦਾ ਸ਼ਬਦ ਹੈ ਕਿ ਅਸੀਂ ਬੇਗਮਪੁਰੇ ਦੇ ਵਿੱਚ ਵਸਣਾ ਹੈ। ਗੱਲ ਤਾਂ ਉੱਥੇ ਆਤਮਿਕ ਜਿਹੜੀ ਉਹਨਾਂ ਨੇ ਕੀਤੀ ਹੈ ਕਿ ਮੈਂ ਐਸੇ ਬੇਗਮਪੁਰੇ ਦੇ ਵਿੱਚ ਵਸ ਰਿਹਾ ਜਿੱਥੇ ਕੋਈ ਦੁੱਖ ਨਹੀਂ ਹੈ, ਕੋਈ ਸੰਸਾ ਨਹੀਂ ਹੈ, ਕੋਈ ਪਰੇਸ਼ਾਨੀ ਨਹੀਂ ਹੈ, ਔਰ ਸਾਰੇ ਉੱਥੇ ਸੁਖੀ ਵਸਦੇ ਹੋਣ, ਮੈਂ ਉੱਥੇ ਬਿਲਕੁਲ ਸੁਖੀ ਵਸ ਰਿਹਾ ਹਾਂ। ਬਿਲਕੁਲ ਜਦੋਂ ਅਸੀਂ ਆਪ ਆਤਮਿਕ ਬੇਗਮਪੁਰੇ ਦੇ ਵਿੱਚ ਵਸਣ ਦੀ ਗੱਲ ਕਰਨੀ ਹੈ ਤਾਂ ਅਸੀਂ ਨਾਲ ਹੀ ਉਹੋ ਜਿਹਾ ਬੇਗਮਪੁਰਾ ਸਮਾਜ ਦੇ ਵਿੱਚ ਵੀ ਸਿਰਜਣਾ ਹੈ, ਕਿਉਂਕਿ ਸਾਡਾ ਤੇ ਆਦਰਸ਼ ਹੀ ਇਹ ਹੈ, ਆਪ ਜਪੈ ਅਵਰੈ ਨਾਮ ਜਪਾਵੈ। ਜਿਹੜੀ ਦਾਤ ਸਾਨੂੰ ਸਤਿਗੁਰੂ ਕੋਲੋਂ ਮਿਲੀ ਹੈ ਉਹ ਦਾਤ ਅਸੀਂ ਅੱਗੇ ਵੰਡਣੀ ਵੀ ਹੈ। ਜੈਸਾ ਆਤਮਿਕ ਜੀਵਨ ਸਾਨੂੰ ਪ੍ਰਾਪਤ ਹੋਇਆ ਹੈ ਉਹ ਅਸੀਂ ਅੱਗੇ ਵੰਡਣਾ ਵੀ ਹੈ, ਔਰ ਇਹੋ ਜਿਹੀਆਂ ਕੰਡੀਸ਼ਨਸ ਵੀ ਨਾਲ ਕ੍ਰੀਏਟ ਕਰਨੀਆਂ ਹਨ ਜਿਹਦੇ ਵਿੱਚ ਰਹਿ ਕੇ ਇਹ ਜਗਤ ਦਾ ਕੋਈ ਵੀ ਵਿਅਕਤੀ ਉਸੇ ਕਿਸਮ ਦਾ ਇੱਕ ਬਲੈਸਡ ਆਤਮਿਕ ਜੀਵਨ, ਸੰਸਾਰਿਕ ਜੀਵਨ ਬਤੀਤ ਕਰ ਸਕੇ। ਤਾਂ ਉਹਦੇ ਅੰਤ ਵਿੱਚ ਵੀ ਉਹਨਾਂ ਨੇ ਜਿਹੜੀ ਸ਼ਬਦਾਵਲੀ ਵਰਤੀ ਹੈ ਉਹ ਬਿਲਕੁਲ ਸਾਨੂੰ ਸਪਸ਼ਟ ਕਰ ਦਿੰਦੀ ਹੈ ਕਿ ਜਿੱਥੇ ਗੱਲ ਤਾਂ ਉਹ ਭਾਵੇਂ ਆਤਮਿਕ ਜੀਵਨ ਦੀ ਕਰ ਰਹੇ ਹਨ, ਪਰ ਉਹ ਸਾਰੇ ਸ਼ਬਦਾਵਲੀ ਉਹ ਯੂਜ਼ ਕਰ ਰਹੇ ਹਨ। ਜਿਵੇਂ ਕਿ ਅੰਤ ਵਿੱਚ ਉਹ ਕਹਿੰਦੇ ਹਨ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ, ਕਿ ਮੇਰਾ ਮੀਤ ਹੀ ਉਹ ਹੈ ਜੋ ਹਮ ਸ਼ਹਿਰੀ, ਜਿਹੜਾ ਉਸੇ ਸ਼ਹਿਰ ਵਿੱਚ ਵਸਣ ਵਾਲਾ ਹੋਵੇ, ਭਾਵ ਬੇਗਮਪੁਰੇ ਵਿੱਚ ਵਸਣ ਵਾਲਾ ਹੋਵੇ। ਤੇ ਮੇਰਾ ਕੋਈ ਹਮ ਸ਼ਹਿਰੀ ਤਾਂ ਹੀ ਬਣੇਗਾ ਨਾ ਜੇ ਮੈਂ ਨਾਲ ਇਸ ਜਗਤ ਦੇ ਵਿੱਚ ਉਹੋ ਜਿਹੇ ਹਾਲਾਤ ਪੈਦਾ ਕਰਾਂ ਕਿ ਜਿਹੜਾ ਚਾਹੇ ਉਹ ਬੇਗਮਪੁਰੇ ਦਾ ਵਾਸੀ ਬਣ ਸਕੇ।
ਤਾਂ ਹੀ ਉਹ ਮੇਰਾ ਹਮਸ਼ਹਿਰੀ ਬਣੇਗਾ ਨਾ, ਉਸ ਤੋਂ ਬਿਨਾਂ ਤਾਂ ਨਹੀਂ ਬਣ ਸਕਦਾ। ਤੋ ਇਸੇ ਤਰ੍ਹਾਂ ਹੀ ਅਸੀਂ ਹੋਰ ਥਾਵਾਂ ਦੇ ਉੱਤੇ ਜਿਹੜੇ ਇਸ਼ਾਰੇ ਹਨ ਕਿ ਹੁਣ ਹੋਆ ਹਲੀਮੀ ਰਾਜ ਜੀਓ, ਉਹਦੇ ਵਿੱਚ ਵੀ ਗੱਲ ਤਾਂ ਭਾਵੇਂ ਆਤਮਕ ਕੀਤੀ ਗਈ ਹੈ, ਪਰ ਉਹ ਸਾਨੂੰ ਸ਼ਬਦਾਵਲੀ ਉਹਨਾਂ ਨੇ ਇਸ ਜਗਤ ਦੇ ਵਿੱਚ ਵਰਤਣ ਵਾਲੇ ਰਾਜ ਦੀ ਕੀਤੀ ਹੈ ਕਿ ਜਿਵੇਂ ਸਾਡਾ ਆਤਮਕ ਹਲੀਮੀ ਰਾਜ ਹੈ, ਇਸੇ ਤਰ੍ਹਾਂ ਹੀ ਅਸੀਂ ਇਸ ਜਗਤ ਨੂੰ ਇਸ ਤਰ੍ਹਾਂ ਸਿਰਜਣਾ ਹੈ, ਇਹ ਸਾਡਾ ਫਰਜ਼ ਹੈ, ਜਿੱਥੇ ਹਰ ਵਿਅਕਤੀ ਉਸ ਅਕਾਲ ਪੁਰਖ ਨਾਲ ਜੁੜ ਸਕੇ, ਉਹਦੀਆਂ ਬਲੇਸਿੰਗਸ ਲੈ ਸਕੇ, ਉਹਦੇ ਨਾਲ ਜੁੜ ਕੇ ਉਹ ਆਨੰਦ ਪ੍ਰਾਪਤ ਕਰ ਸਕੇ, ਜੋ ਗੁਰਮਤਿ ਸਾਨੂੰ ਦੇਣ ਵਾਸਤੇ ਕਹਿੰਦੀ ਹੈ ਕਿ ਤੁਸੀਂ ਜੁੜੋ ਤੇ ਇਹ ਆਨੰਦ ਪ੍ਰਾਪਤ ਕਰੋ। ਉਸ ਅਕਾਲ ਪੁਰਖ ਦੇ ਨਾਲ ਜੁੜਨ ਦਾ ਜੋ ਸਾਨੂੰ ਉਪਦੇਸ਼ ਦਿੰਦੀ ਹੈ, ਅਸੀਂ ਇੱਕ ਐਸੇ ਸਮਾਜ ਦੀ ਰਚਨਾ ਕਰਨੀ ਹੈ ਜਿੱਥੇ ਹਰ ਵਿਅਕਤੀ ਉਹ ਵਾਲਾ ਜੀਵਨ ਆਪਣਾ ਬਣਾ ਸਕੇ। ਔਰ ਇਹਦੇ ਵਿੱਚੋਂ ਕਹਿੰਦੇ ਵੀ ਹਨ, ਮੈਂ ਬੱਧੀ ਸੱਚ ਧਰਮਸ਼ਾਲ ਹੈ, ਗੁਰਸਿੱਖਾਂ ਲਹਿੰਦਾ ਭਾਲ, ਕਿ ਅਸੀਂ ਉਹ ਸੱਚ ਧਰਮਸ਼ਾਲ ਬਣਾਉਣੀ ਹੈ। ਇਹ ਸਿਰਫ ਆਤਮਿਕ ਪੱਧਰ ਦੀ ਗੱਲ ਨਹੀਂ ਹੈ, ਸ਼ਬਦਾਵਲੀ ਸਾਨੂੰ ਦੱਸ ਰਹੀ ਹੈ ਕਿ ਇਹਨੂੰ ਸਾਨੂੰ ਜਗਤ ਦੇ ਵਿੱਚ ਵੀ ਨਾਲ ਲਾਗੂ ਕਰਨਾ ਹੈ ਕਿ ਅਸੀਂ ਅਜਿਹੇ ਸਮਾਜ ਦੀ ਸਿਰਜਣਾ ਕਰਨੀ ਜਿੱਥੇ ਹਰ ਵਿਅਕਤੀ ਉਸ ਅਵਸਥਾ ਨੂੰ ਪ੍ਰਾਪਤ ਕਰ ਸਕੇ, ਉਹ ਆਨੰਦ ਪ੍ਰਾਪਤ ਕਰ ਸਕੇ। ਤਾਂ ਫਿਰ ਗੱਲ ਬੜੀ ਸਪਸ਼ਟ ਹੋ ਗਈ ਕਿ ਇੱਕ ਸਿੱਖ ਨੇ ਜਾਂ ਗੁਰਮਤਿ ਦੇ ਮੁਤਾਬਕ ਰੂਹਾਨੀ ਜੀਵਨ, ਨਾਮ ਰਸੀਏ ਵਾਲਾ ਜੀਵਨ ਬਤੀਤ ਕਰਨ ਵਾਲੇ ਵਿਅਕਤੀ ਲਈ ਇਹ ਗੱਲ ਜ਼ਰੂਰੀ ਹੈ, ਇਹ ਸਾਡੇ ਤੇ ਇਨਕੰਬੈਂਟ ਹੈ ਕਿ ਅਸੀਂ ਆਪਣੇ ਰੂਹਾਨੀ ਜੀਵਨ ਦੀ ਤਰੱਕੀ ਦੇ ਲਈ ਹਮੇਸ਼ਾ ਯਤਨਸ਼ੀਲ ਰਹੀਏ, ਪਰ ਨਾਲ ਨਾਲ ਆਪਣੇ ਸਮਾਜ ਨੂੰ, ਵਾਤਾਵਰਣ ਨੂੰ ਨਿਆਂਪੂਰਨ ਬਣਾਈਏ, ਦਇਆਵਾਨ ਬਣਾਈਏ, ਵਾਤਾਵਰਣ ਦੇ ਵਿੱਚ ਸਮਾਨਤਾ ਵਾਲਾ ਮਾਹੌਲ ਹੋਵੇ ਤੇ ਜਿਹਦੇ ਵਿੱਚ ਹਰ ਵਿਅਕਤੀ ਨੂੰ ਮਤਲਬ ਵਧਣ ਫੁੱਲਣ ਦਾ ਅਧਿਕਾਰ ਹੋਵੇ, ਪ੍ਰਭੂ ਨਾਲ ਜੁੜਨ ਦਾ, ਪ੍ਰਭੂ ਨਾਲ ਜੁੜ ਕੇ ਉਹ ਸਾਰੀਆਂ ਦਾਤਾਂ ਪ੍ਰਾਪਤ ਕਰਨ ਦਾ ਅਧਿਕਾਰ ਹੋਵੇ ਜਿਹੜੀਆਂ ਅਸੀਂ ਲੈਣੀਆਂ ਚਾਹੁੰਦੇ ਹਾਂ, ਜਿਹਦੇ ਵਾਸਤੇ ਅਸੀਂ ਯਤਨ ਕਰਾਂ। ਸਾਡਾ ਸੰਗਤ ਦਾ ਸਿਧਾਂਤ ਵੀ ਤਾਂ ਸਾਨੂੰ ਉੱਥੇ ਹੀ ਲੈ ਕੇ ਜਾਂਦਾ ਹੈ ਨਾ, ਕਿ ਅਸੀਂ ਸਾਰਿਆਂ ਨੂੰ ਇਕੱਠੇ ਲੈ ਕੇ ਨਾਲ ਤੁਰਨਾ ਹੈ, ਆਪ ਵੀ ਉਹਨਾਂ ਦੀ ਮਦਦ ਲੈਣੀ ਹੈ ਤੇ ਜਿਹਨੂੰ ਅਸੀਂ ਮਦਦ ਕਰ ਸਕਦੇ ਹਾਂ ਉਹਨੂੰ ਅਸੀਂ ਮਦਦ ਦੇਣੀ ਹੈ। ਅਸੀਂ ਉਹਨਾਂ ਤੋਂ ਪ੍ਰੇਰਨਾ ਲੈਣੀ ਹੈ ਤੇ ਜਿਹੜਾ ਸਾਡੇ ਤੋਂ ਪ੍ਰੇਰਨਾ ਲਵੇ ਉਹ ਵੀ ਨਾਲ ਪ੍ਰੇਰਨਾ ਲੈ ਕੇ ਚਲੇ। ਇੱਕ ਦੂਜੇ ਦੇ ਸੰਗ ਦੇ ਵਿੱਚ, ਇੱਕ ਦੂਜੇ ਦੀ ਸੰਗਤ ਦੇ ਵਿੱਚ ਅਸੀਂ ਆਤਮਿਕ ਤਰੱਕੀ ਕਰਨੀ ਹੈ। ਤੇ ਸੰਗਤ ਦੇ ਵਿੱਚ ਨਾ ਕੋਈ ਵੱਡਾ, ਨਾ ਕੋਈ ਛੋਟਾ, ਨਾ ਕੋਈ ਉੱਚਾ, ਨਾ ਕੋਈ ਨੀਵਾਂ, ਇਹ ਸਾਰੀਆਂ ਜਿਹੜੀਆਂ ਵਿਥਾਂ ਨੇ ਸੰਗਤ ਦੇ ਵਿੱਚ ਬੈਠ ਕੇ ਅਸੀਂ ਖਤਮ ਕਰ ਦਿੰਦੇ ਹਾਂ। ਇਹ ਸਾਡਾ ਸਿਧਾਂਤ ਹੈ। ਤੋ ਇੱਥੇ ਪਹੁੰਚਦੇ ਤੱਕ ਸਾਨੂੰ ਇੱਕ ਗੱਲ ਸਮਝ ਲੱਗ ਗਈ ਕਿ ਸਿੱਖੀ ਦਾ ਜੋ ਜੀਵਨ ਜੁਗਤ ਹੈ, ਇਹ ਕੇਵਲ ਆਪਣੇ ਨਿੱਜ ਦੀ ਤਰੱਕੀ ਦਾ ਰਸਤਾ ਨਹੀਂ, ਇਹ ਮਤਲਬ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਜਦੋਂ ਆਪਣੇ ਜੀਵਨ ਨੂੰ ਚੰਗਾ ਬਣਾਉਂਦੇ ਹਾਂ ਤੇ ਨਾਲ ਨਾਲ ਆਪਣੇ ਸਮਾਜ ਨੂੰ ਵੀ ਉੱਚਾ ਚੁੱਕਣ ਲਈ ਹਮੇਸ਼ਾ ਯਤਨਸ਼ੀਲ ਰਹੀਏ। ਤਾਂ ਫਿਰ ਗੱਲ ਹੋ ਗਈ ਕਿ ਜੇ ਸਾਡਾ ਇਹ ਧਾਰਮਿਕ ਫਰਜ਼ ਹੈ ਕਿ ਅਸੀਂ ਜਗਤ ਨੂੰ ਇੱਕ ਚੰਗੀ ਰਹਿਣ ਵਾਲੀ ਸੁਚੱਜਾ ਸਮਾਜ ਉੱਥੇ ਸਿਰਜਣਾ ਹੈ ਜਿਹੜਾ ਅਕਾਲ ਪੁਰਖ ਨਾਲ ਜੁੜ ਸਕੇ, ਤਾਂ ਫਿਰ ਅਸੀਂ ਆਪਣੇ ਜੀਵਨ ਦੇ ਕੰਪਾਰਟਮੈਂਟਸ ਨਹੀਂ ਬਣਾ ਸਕਦੇ ਕਿ ਇਹ ਮੇਰਾ ਧਰਮ ਦਾ ਕੰਪਾਰਟਮੈਂਟ ਹੈ, ਜਦੋਂ ਮੈਂ ਗੁਰਦੁਆਰੇ ਜਾਵਾਂ ਤਾਂ ਮੇਰਾ ਇਹ ਕੰਮ ਇਹ ਰੂਪ ਹੋਏਗਾ, ਜਦੋਂ ਮੈਂ ਦੁਕਾਨ ਤੇ ਜਾਂ ਦਫ਼ਤਰ ਵਿੱਚ ਬੈਠਾ ਤੇ ਮੇਰਾ ਇਹ ਰੂਪ ਹੋਏਗਾ, ਜਦੋਂ ਮੈਂ ਪਰਿਵਾਰ ਵਿੱਚ ਹਾਂ ਤਾਂ ਮੈਂ ਇਹ ਰੂਪ ਹੈ, ਜਾਂ ਇਸ ਤਰ੍ਹਾਂ ਸਿਆਸਤ ਦੇ ਵਿੱਚ ਹਾਂ, ਸਮਾਜ ਦੇ ਵਿੱਚ ਹਾਂ, ਆਂਢ ਗੁਆਂਢ ਵਿੱਚ ਹਾਂ। ਇਸ ਤਰ੍ਹਾਂ ਦੇ ਕੰਪਾਰਟਮੈਂਟਸ ਜਿਹੜੇ ਨੇ ਇਹ ਆਰਟੀਫਿਸ਼ਲ ਹਨ, ਗੁਰਮਤਿ ਨੇ ਇਹਨਾਂ ਨੂੰ ਕੋਈ ਮਾਨਤਾ ਨਹੀਂ ਦਿੱਤੀ। ਇਸੇ ਕਰਕੇ ਅਸੀਂ ਕਹਿ ਦਿੰਦੇ ਹਾਂ ਕਿ ਇਹ ਸਾਰੇ ਪੱਖ ਜਿਹੜੇ ਇੱਕ ਦੂਜੇ ਤੋਂ ਇਨਸੂਲੇਟਡ ਨਹੀਂ ਆ। ਜੇ ਸਾਡਾ ਪ੍ਰੋਫੈਸ਼ਨਲ ਲਾਈਫ ਕਰਪਟਡ ਹੋਏਗੀ ਤਾਂ ਮੇਰਾ ਧਾਰਮਿਕ ਜੀਵਨ ਆਟੋਮੈਟਿਕਲੀ ਨਾਲ ਕਰਪਟ ਹੋ ਜਾਏਗਾ। ਜੇ ਮੈਂ ਪਰਿਵਾਰ ਦੇ ਵਿੱਚ ਆਪਣੇ ਪਰਿਵਾਰ ਦੇ ਜੀਆਂ ਨਾਲ ਬੇਇਨਸਾਫੀ, ਧੱਕਾ ਜਾਂ ਹੋਰ ਕੰਮ ਕਰਾਂਗਾ ਤਾਂ ਉਹਦੇ ਨਾਲ ਵੀ ਮੇਰਾ ਆਤਮਿਕ ਜੀਵਨ ਆਟੋਮੈਟਿਕਲੀ ਕਰਪਟ ਹੋ ਜਾਏਗਾ। ਜੇ ਮੈਂ ਸਮਾਜ ਦੇ ਵਿੱਚ ਅਨਿਆਂ ਕਰਾਂਗਾ, ਧੱਕਾ ਕਰਾਂਗਾ, ਕਿਸੇ ਨਾਲ ਮਤਲਬ ਜ਼ੁਲਮ ਕਰਾਂਗਾ, ਤਾਂ ਫਿਰ ਉਹਦਾ ਅਸਰ ਮੇਰੇ ਧਾਰਮਿਕ ਜੀਵਨ ਤੇ ਵੀ ਹੋਵੇਗਾ। ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਸਿੱਖੀ ਜਿਹੜੀ ਹੈ ਇਹ ਕੰਪਾਰਟਮੈਂਟਲਾਈਜ਼ਡ ਧਰਮ ਸਾਨੂੰ ਨਹੀਂ ਦੱਸਦੀ, ਇਹ ਬਲਕਿ ਹੋਲ ਲਾਈਫ ਸਿਸਟਮ। ਇਹਦੇ ਚੋਂ ਅਸੀਂ ਕਿਸੇ ਵੀ ਪੱਖ ਨੂੰ ਬਾਹਰ ਕੱਢ ਕੇ ਨਹੀਂ ਰੱਖ ਸਕਦੇ। ਇਹਦਾ ਅਰਥ ਹੋਇਆ ਕਿ ਚਾਹੇ ਸਾਡੇ ਜੀਵਨ ਦਾ ਸੋਸ਼ਲ ਪੱਖ ਹੈ, ਇਕਨੋਮਿਕ ਪੱਖ ਹੈ,
ਪੋਲੀਟੀਕਲ ਪੱਖ ਹੈ ਤੇ ਧਾਰਮਿਕ ਪੱਖ ਹੈ। ਨਾ ਤਾਂ ਅਸੀਂ ਜਿਹੜਾ ਹੈਗਾ ਇਹਨਾਂ ਚੋਂ ਕਿਸੇ ਪੱਖ ਨੂੰ ਇਗਨੋਰ ਕਰ ਸਕਦੇ ਹਾਂ ਤੇ ਨਾ ਹੀ ਕਿਸੇ ਇੱਕ ਪੱਖ ਨੂੰ ਦੂਜੇ ਪੱਖ ਦੇ ਉੱਤੇ ਹਾਵੀ ਹੋਣ ਦੇ ਸਕਦੇ ਹਾਂ, ਕਿਉਂਕਿ ਇਹ ਤਾਂ ਹੈ ਹੀ ਇੱਕ ਯੂਨੀਫਾਰਮ, ਇੱਕੋ ਯੂਨਿਟ ਹੈ। ਤਾਂ ਇਹ ਸਾਰੇ ਪੱਖਾਂ ਦੇ ਵਿੱਚ ਹੀ ਸਾਡਾ ਜੀਵਨ ਇੱਕੋ ਹੀ ਰੱਬੀ ਨਿਯਮਾਂ ਦੇ ਉੱਤੇ ਆਧਾਰਿਤ ਹੋਣਾ ਚਾਹੀਦਾ ਹੈ। ਉਹਦੇ ਵਿੱਚ ਇਹੀ ਰੱਬੀ ਨਿਯਮ ਜਿਹੜੇ ਹਨ ਉਹ ਵਰਤਦੇ ਹੋਣੇ ਚਾਹੀਦੇ ਹਨ। ਤਾਂ ਇਸ ਕਰਕੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਮੀਰੀ ਪੀਰੀ, ਇਹਦੀ ਥਾਂ ਤੇ ਜਦੋਂ ਅਸੀਂ ਕਹਿ ਦਿੰਦੇ ਹਾਂ ਮੀਰੀ ਤੇ ਪੀਰੀ, ਤਾਂ ਅਸੀਂ ਇਹਨੂੰ ਕੰਪਾਰਟਮੈਂਟਲਾਈਜ਼ ਕਰ ਰਹੇ ਹਾਂ। ਇਹਦੇ ਅਸੀਂ ਦੋ ਪੱਖ ਬਣਾ ਰਹੇ ਹਾਂ, ਜਦ ਕਿ ਗੁਰੂ ਸਾਹਿਬ ਦਾ ਸ਼ੁਰੂ ਤੋਂ ਸਾਨੂੰ ਉਪਦੇਸ਼ ਹੈ ਕਿ ਸਾਡੇ ਜੀਵਨ ਦਾ ਕੋਈ ਅਲੱਗ-ਅਲੱਗ ਇਨਸੂਲੇਟਿਡ ਕੰਪਾਰਟਮੈਂਟਸ ਨਹੀਂ ਬਣਾਏ ਜਾ ਸਕਦੇ। ਉਹਨਾਂ ਸਾਰੇ ਪੱਖਾਂ ਦੇ ਵਿੱਚ ਇੱਕੋ ਹੀ ਰੱਬੀ ਨਿਯਮ ਜਿਹੜੇ ਹਨ ਉਹਨਾਂ ਦੇ ਮੁਤਾਬਕ ਅਸੀਂ ਜੀਵਨ ਜਿਉਣਾ ਹੈ, ਤਾਂ ਹੀ ਅਸੀਂ ਇਸ ਜੀਵਨ ਦੇ ਵਿੱਚ ਪ੍ਰਵਾਨ ਚੜ੍ਹ ਸਕਦੇ ਹਾਂ। ਤੋ ਇਹ ਗੱਲ ਸਮਝ ਲੱਗੀ ਕਿ ਜੇ ਅਸੀਂ ਮੀਰੀ ਤੇ ਪੀਰੀ ਨੂੰ ਅਲੱਗ-ਅਲੱਗ ਕੰਪਾਰਟਮੈਂਟ ਬਣਾ ਕੇ ਵਰਤਾਂਗੇ, ਜਿਵੇਂ ਕਿ ਅੱਜ ਸਾਡੇ ਵਿੱਚ ਇਹ ਗੱਲ ਆਮ ਪ੍ਰਚਲਿਤ ਹੋ ਗਈ ਹੈ, ਤਾਂ ਇਹ ਗੱਲ ਗੁਰਮਤਿ ਸਿਧਾਂਤਾਂ ਦੇ ਉੱਤੇ ਪੂਰੀ ਨਹੀਂ ਉਤਰ ਸਕਦੀ। ਵੈਸੇ ਵੀ ਜੇ ਪ੍ਰੈਕਟੀਕਲੀ ਦੇਖੀਏ ਤਾਂ ਜਗਤ ਦੇ ਵਿੱਚ ਇਹ ਦੋ ਪੱਖ ਕਦੇ ਵੀ ਇੱਕ ਦੂਜੇ ਤੋਂ ਇਨਸੂਲੇਟਡ ਹੁੰਦੇ ਨਹੀਂ। ਸਮਾਂ ਹੋ ਗਿਆ ਮੇਰਾ ਖਿਆਲ ਹੈ ਜੀ, ਐਮਪੀ ਵੀਰ ਜੀ, ਕਿੰਨਾ ਕੁ ਸਮਾਂ ਹੋਰ ਆਪਾਂ ਲਗਾਉਣਾ ਤੇ ਬਾਕੀ ਜੇ ਆਪ ਇਜਾਜ਼ਤ ਦਿਓ ਤੇ ਅਗਲੀ ਵਾਰੀ ਅਸੀਂ 5 ਮਿੰਟ ਤੁਸੀਂ ਸਮਾਪਤ ਕਰ ਦਿਓ। ਹਾਂਜੀ 5 ਮਿੰਟ ਹੋਰ ਲਾ ਕੇ ਸਮਾਪਤ ਕਰ ਦਿਓ। ਚਲੋ, ਤਾਂ ਇਸ ਤਰ੍ਹਾਂ ਜਦੋਂ ਅਸੀਂ ਦੇਖਦੇ ਹਾਂ ਤੇ ਜਿਹੜਾ ਮੀਰੀ ਤੇ ਪੀਰੀ ਦਾ ਪੱਖ ਹੈ, ਇਹ ਮੀਰੀ ਤੇ ਪੀਰੀ ਜਦੋਂ ਅਸੀਂ ਕਹਿ ਦਿੰਦੇ ਹਾਂ ਤਾਂ ਅਸੀਂ ਅਸਲ ਦੇ ਵਿੱਚ ਇਹਨੂੰ ਕਰਪਟ ਕਰ ਰਹੇ ਹੁੰਦੇ ਆ, ਜਾਂ ਮੀਰੀ ਪੀਰੀ ਦੇ ਵਿਚਕਾਰ ਡੈਸ਼ ਜਾਂ ਕੌਮਾ ਲਗਾ ਕੇ ਇਹਨਾਂ ਨੂੰ ਅਸੀਂ ਹਾਈਫਨੇਟ ਕਰਨਾ ਚਾਹੁੰਦੇ ਹਾਂ ਵੀ ਦੋ ਪੱਖ ਇਕੱਠੇ ਜੁੜੇ ਹੋਏ ਹਨ। ਇਹ ਗੱਲ ਸਿਧਾਂਤਕ ਤੌਰ ਦੇ ਉੱਤੇ ਗਲਤ ਹੋ ਜਾਂਦੀ। ਹੁਣ ਜੇ ਥੋੜਾ ਜਿਹਾ ਹੋਰ ਅੱਗੇ ਤੁਰੀਏ ਤਾਂ ਜਗਤ ਦੇ ਵਿੱਚ ਅਸੀਂ ਜਦੋਂ ਵਰਤਦੇ ਹਾਂ ਦੇਖਦੇ ਹਾਂ ਤਾਂ ਜਗਤ ਦੇ ਵਿੱਚ ਹਮੇਸ਼ਾ ਦੋ ਕਿਸਮ ਦੀਆਂ ਤਾਕਤਾਂ, ਚਾਹੇ ਕਿਸੇ ਵੀ ਸੁਸਾਇਟੀ ਦੇ ਵਿੱਚ ਅਸੀਂ ਜਾ ਕੇ ਦੇਖੀਏ, ਦੋ ਕਿਸਮ ਦੀਆਂ ਤਾਕਤਾਂ ਵਰਤ ਰਹੀਆਂ ਹੁੰਦੀਆਂ, ਇੱਕ ਧਾਰਮਿਕ ਸੱਤਾ ਤੇ ਇੱਕ ਸਿਆਸੀ ਸੱਤਾ। ਔਰ ਇਹਨਾਂ ਦੋਵਾਂ ਦਾ ਆਪਸ ਦੇ ਵਿੱਚ ਬੜਾ ਡੂੰਘਾ ਸੰਬੰਧ ਹੈ, ਸਾਰੇ ਧਰਮਾਂ ਦੇ ਵਿੱਚ ਸੰਬੰਧ। ਜੇ ਇਸਲਾਮ ਦੀ ਗੱਲ ਕਰੀਏ ਤਾਂ ਹਜ਼ਰਤ ਮੁਹੰਮਦ ਨੇ ਤਾਂ ਆਪਣੇ ਜੀਵਨ ਕਾਲ ਦੇ ਵਿੱਚ ਦੋਵੇਂ ਸੱਤਾ, ਰਾਜਸੀ ਸੱਤਾ ਤੇ ਧਾਰਮਿਕ ਸੱਤਾ, ਦੋਵੇਂ ਤਾਕਤਾਂ ਉਹਨਾਂ ਨੇ ਆਪਣੇ ਵਿੱਚ ਸਮਾ ਲਈਆਂ ਤੇ ਦੋਨਾਂ ਨੂੰ ਉਹਨਾਂ ਨੇ ਯੂਜ਼ ਕੀਤਾ। ਉਹਨਾਂ ਨੇ ਦੁਨਿਆਵੀ ਤੌਰ ਦੇ ਉੱਤੇ ਇਲਾਕਿਆਂ ਦੇ ਵਿੱਚ ਇਸਲਾਮੀ ਰਾਜ ਵੀ ਕਾਇਮ ਕੀਤਾ ਤੇ ਧਰਮ ਦੇ ਮੁਖੀ ਤਾਂ ਉਹ ਸਨ ਹੀ। ਜੇ ਅਸੀਂ ਹਿੰਦੁਸਤਾਨ ਦੇ ਸਨਾਤਨ ਵਾਲਾ ਜੋ ਸਿਸਟਮ ਸੀ ਉਹਦੇ ਵਿੱਚ ਦੇਖੀਏ ਤਾਂ ਉਹਦੇ ਵਿੱਚ ਵੀ ਦੋਵੇਂ ਤਾਕਤਾਂ ਦਾ ਇਹ ਹੋਇਆ ਕਿ ਜਿਵੇਂ ਖੱਤਰੀ ਨੂੰ ਕਿਸੇ ਜ਼ਮਾਨੇ ਜਾਂ ਬਾਅਦ ਵਿੱਚ ਰਾਜਪੂਤ ਨੂੰ ਰਾਜ ਦਾ ਅਧਿਕਾਰ ਦੇ ਦਿੱਤਾ ਗਿਆ, ਤਾਂ ਉਹਦੇ ਨਾਲ ਉਹ ਇਕੱਲੇ ਨੂੰ ਰਾਜ ਦਾ ਅਧਿਕਾਰ ਨਹੀਂ ਮਿਲਿਆ। ਉਹਨੂੰ ਇੱਕ ਰਾਜ ਗੁਰੂ ਜੋ ਬ੍ਰਾਹਮਣ ਸੀ, ਸ਼ਾਸਤਰਾਂ ਦਾ ਵੇਦਾਂ ਦਾ ਗਿਆਤਾ ਹੁੰਦਾ ਸੀ, ਇਹ ਰਾਜਸੀ ਜਿਹੜੀਆਂ ਪਾਲਿਸੀਜ਼ ਦਾ ਗਿਆਤਾ ਹੁੰਦਾ ਸੀ, ਵਿਦਵਾਨ ਹੁੰਦਾ ਸੀ, ਉਹਦੇ ਅਧੀਨ ਰਹਿ ਕੇ ਰਾਜ ਕਰਨ ਦਾ ਅਧਿਕਾਰ ਦਿੱਤਾ ਗਿਆ। ਉਹਨੂੰ ਇੰਡੀਪੈਂਡੈਂਟ ਅਧਿਕਾਰ ਨਹੀਂ ਉਹਦੇ ਵਿੱਚ ਮਿਲਦਾ ਸੀ, ਉਹਨੂੰ ਉਹਦੇ ਤਾਬੇ ਚੱਲ ਕੇ ਰਹਿ ਕੇ ਚੱਲਣਾ ਪੈਂਦਾ ਸੀ। ਤਾਂ ਇੱਥੇ ਵੀ ਜਿਹੜੇ ਦੋਨੋਂ ਤਾਕਤਾਂ ਜਿਹੜੀਆਂ ਨੇ ਉਹ ਸਾਡੇ ਸਾਹਮਣੇ ਆ ਜਾਂਦੀਆਂ ਨੇ ਕਿ ਦੇਖਣ ਨੂੰ ਤਾਂ ਰਾਜਾ ਹੀ ਹੈ ਜਿਹਦਾ ਸਾਰੀ ਸ਼ਾਨੋ ਸ਼ੌਕਤ ਸਾਨੂੰ ਦਿਸਦੀ ਹੈ, ਪਰ ਜਿਹੜੀ ਉਹ ਵੀ ਤਾਕਤ ਉਹਦੀ ਹੈ, ਉਹ ਵੀ ਧਾਰਮਿਕ ਤਾਕਤ ਦੇ ਨਾਲ ਰਲ ਕੇ ਚੱਲਦੀ ਹੈ ਜਾਂ ਉਹਦੇ ਅਧੀਨ ਰਹਿ ਕੇ ਚੱਲਦੀ ਹੈ। ਇਸੇ ਤਰ੍ਹਾਂ ਹੀ ਚਰਚ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕ੍ਰਿਸਚੀਅਨਿਟੀ ਦੇ ਵਿੱਚ, ਉਹਦੇ ਵਿੱਚ ਵੀ ਅਸੀਂ ਉਹ ਸਮਾਂ ਇਤਿਹਾਸ ਦੇ ਵਿੱਚ ਕੁਝ ਸਮਾਂ ਪਹਿਲੇ, ਕੁਝ 100 ਸਾਲ ਪਿੱਛੇ ਜਾਈਏ ਤਾਂ ਕੋਈ ਰਾਜਾ ਵੀ ਚਰਚ ਦੇ ਤਾਬੇ ਹੋਏ ਬਿਨਾਂ ਕ੍ਰਿਸਚੀਅਨ ਵਰਲਡ ਦੇ ਵਿੱਚ ਰਾਜ ਨਹੀਂ ਸੀ ਕਰ ਸਕਦਾ। ਹਰ ਰਾਜ ਵਿੱਚੋਂ ਕੈਥੋਲਿਕ ਚਰਚ ਨੂੰ ਟੈਕਸ ਜਾਂਦਾ ਸੀ, ਉਹਨੂੰ ਉਹਦਾ ਹਿੱਸਾ ਟਿੱਦ ਜਿਹਨੂੰ ਕਹਿੰਦੇ ਸਨ ਉਹ ਪਹੁੰਚਦਾ ਸੀ, ਕਿ ਰਾਜ ਦੀ ਜਿੰਨੀ ਇਨਕਮ ਹੈ ਉਹਦੇ ਵਿੱਚੋਂ ਉਹਨੇ ਚਰਚ ਨੂੰ ਦੇਣਾ ਪੈਂਦਾ ਸੀ, ਜਿਹਦੇ ਨਾਲ ਉਹਨੂੰ ਉਹਦੀ ਪ੍ਰਵਾਨਗੀ ਮਿਲਦੀ ਸੀ। ਤਾਂ ਹਰ ਸੁਸਾਇਟੀ ਦੇ ਵਿੱਚ, ਹਰ ਕਲਚਰ ਦੇ ਵਿੱਚ, ਹਰ ਸਮੇਂ ਦੇ ਵਿੱਚ ਸਾਨੂੰ ਇਹ ਦੋਨੋਂ ਚੀਜ਼ਾਂ ਕਿਸੇ ਨਾ ਕਿਸੇ ਰੂਪ ਵਿੱਚ, ਇੱਕ ਆਪਾਂ ਮੋਟੀ ਜਿਹੀ ਗੱਲ ਕਰ ਲਈ ਹੈ, ਅੱਗੋਂ ਇਹਨਾਂ ਦੇ ਰੂਪ ਬਦਲਦੇ ਪਏ ਹਨ,
ਅੱਜ ਦੇ ਸਮੇਂ ਦੇ ਵਿੱਚ ਵੀ ਇਹ ਦੋਨੇ ਤਾਕਤਾਂ ਸਾਈਡ ਬਾਏ ਸਾਈਡ ਕੰਮ ਕਰਦੀਆਂ ਹਨ। ਚਾਹੇ ਕੋਈ ਵੀ ਸੁਸਾਇਟੀ ਹੋਵੇ, ਕੋਈ ਵੀ ਕਲਚਰ ਸਿਵਲਾਈਜੇਸ਼ਨ ਹੋਵੇ, ਉਹਦੇ 'ਚ ਨਾਲੋਂ ਨਾਲ ਕੰਮ ਕਰਦੀਆਂ ਹਨ। ਇਹਨਾਂ ਦੇ ਵਿੱਚ ਤਾਕਤਾਂ ਦੇ ਵਿੱਚ ਅਦਲਾ ਬਦਲੀ ਹੋ ਸਕਦੀ ਹੈ, ਕੋਈ ਘਟ ਜਾਏ, ਕੋਈ ਵੱਧ ਜਾਏ, ਕੋਈ ਇੱਕ ਡੋਮੀਨੇਟ ਕਰ ਲਵੇ, ਦੂਜਾ ਡੋਮੀਨੇਟ ਕਰ ਲਏ, ਪਰ ਇਹ ਦੋ ਤਾਕਤਾਂ ਦੀ ਹੋਂਦ ਸਾਨੂੰ ਹਰ ਸੁਸਾਇਟੀ ਦੇ ਵਿੱਚ ਉਹ ਮਿਲ ਜਾਂਦੀ ਹੈ। ਹੁਣ ਹੋ ਕੀ ਰਿਹਾ ਹੈ ਕਿ ਰਾਜਸੀ ਤਾਕਤ ਇਹ ਚਾਹੁੰਦੀ ਹੈ ਕਿ ਜਗਤ ਦੇ ਵਿੱਚ ਜਿਹੜੇ ਰੱਬੀ ਨਿਯਮ ਜਿਨ੍ਹਾਂ ਦੀ ਅਸੀਂ ਪਹਿਲਾਂ ਗੱਲ ਕੀਤੀ ਹੈ, ਬਰਾਬਰੀ ਦਾ, ਨੈਚੁਰਲ ਜਸਟਿਸ ਦਾ, ਜਾਂ ਹੋਰ ਹਰ ਇੱਕ ਨੂੰ ਸਾਰੇ ਅਧਿਕਾਰ ਦੇਣ ਦਾ ਜਿਹੜਾ ਉਹ ਅਕਾਲ ਪੁਰਖ ਦਾ ਨਿਯਮ ਹੈ, ਉਹ ਨਾ ਚੱਲੇ ਤੇ ਜਿਹੜਾ ਰਾਜਾ ਹੋਵੇ, ਜਿਹੜਾ ਅਮੀਰ ਹੋਵੇ, ਉਹ ਆਪਣੇ ਹਿਸਾਬ ਨਾਲ ਆਪਣੇ ਜਗਤ ਨੂੰ, ਆਪਣੇ ਰਾਜ ਨੂੰ ਚਲਾਵੇ। ਜਿਹਨੂੰ ਉਹ ਚਾਹਵੇ ਜੋ ਅਧਿਕਾਰ ਦੇਵੇ, ਜਿਹਨੂੰ ਨਾ ਚਾਹਵੇ ਉਹ ਅਧਿਕਾਰ ਨਾ ਦੇਵੇ। ਇਹ ਤਾਂ ਹੋ ਗਈ ਰਾਜਿਆਂ ਦੀ ਗੱਲ। ਉਹ ਆਪਣਾ ਲਾਅ ਚਲਾਉਣਾ ਚਾਹੁੰਦੇ ਹਨ, ਉਹ ਆਪਣੇ ਆਪਣੇ ਢੰਗ ਵਰਤਦੇ ਹਨ, ਕਾਨੂੰਨ ਬਣਾਉਂਦੇ ਹਨ, ਹੁਕਮ ਜਾਰੀ ਕਰਦੇ ਹਨ, ਈਡਿਕਟਸ ਜਾਰੀ ਕਰਦੇ ਹਨ ਜਾਂ ਫਰਮਾਨ ਜਾਰੀ ਕਰਦੇ ਹਨ। ਇਹ ਸਾਰੇ ਰਾਜੇ ਆਪਣੇ ਮੁਤਾਬਕ ਆਪਣੇ ਅਧੀਨ ਜਿਹੜੇ ਲੋਕ ਹਨ ਉਹਨਾਂ ਨੂੰ ਚਲਾਉਣਾ ਚਾਹੁੰਦੇ ਹਨ। ਮੋਟੀ ਜਿਹੀ ਗੱਲ ਇਹ ਹੈ ਕਿ ਉਹ ਜਗਤ ਦਾ ਵਰਤਾਰਾ ਆਪਣੀ ਮਰਜ਼ੀ ਦੇ ਮੁਤਾਬਕ ਚਲਾਉਣਾ ਚਾਹੁੰਦੇ। ਤੇ ਦੂਜੇ ਪਾਸੇ ਜੇ ਪੀਰ ਦੀ ਗੱਲ ਕਰੀਏ, ਧਾਰਮਿਕ ਨੇਤਾ ਦੀ ਗੱਲ ਕਰੀਏ, ਉਹਦੇ ਵਿੱਚ ਵੀ ਇਹ ਟੈਂਡੈਂਸੀ ਸਾਨੂੰ ਬਿਲਕੁਲ ਸਪਸ਼ਟ ਨਜ਼ਰ ਆਉਂਦੀ ਹੈ ਕਿ ਉਹ ਜਿਹਨੂੰ ਚਾਹੇ ਧਰਮ ਦਾ ਅਧਿਕਾਰ ਦੇਵੇ, ਨਾ ਦੇਵੇ। ਜੇ ਲੋੜ ਪਵੇ, ਦਿਲ ਕਰੇ, ਤਾਂ ਇਸਤਰੀਆਂ ਨੂੰ ਚਰਚ ਦੇ ਵਿੱਚ ਜਾਣ ਦਾ ਅਧਿਕਾਰ ਮਿਲੇ ਜਾਂ ਨਾ ਮਿਲੇ, ਉਹਨਾਂ ਨੂੰ ਪ੍ਰੀਸਟ ਬਣਨ ਦਾ ਅਧਿਕਾਰ ਮਿਲੇ ਨਾ ਮਿਲੇ, ਜਾਂ ਇੱਥੇ ਹੀ ਅਸੀਂ ਦੇਖ ਲਈ ਆਪਣੇ ਦੇਸ਼ ਵਿੱਚ ਸ਼ੂਦਰਾਂ ਨੂੰ ਮੰਦਿਰ ਵਿੱਚ ਵੜਨ ਦਾ ਅਧਿਕਾਰ ਮਿਲੇ ਨਾ ਮਿਲੇ, ਇਹ ਰਾਜ ਧਾਰਮਿਕ ਨੇਤਾ ਨੇ ਆਪਣੇ ਹੱਥ ਵਿੱਚ ਰੱਖਿਆ ਹੋਇਆ। ਕਿਹਨੂੰ ਕੀ ਅਧਿਕਾਰ ਹੈ, ਕਿਹਨੂੰ ਕੀ ਅਧਿਕਾਰ ਨਹੀਂ ਹੈ ਧਰਮ ਦੇ ਖੇਤਰ ਵਿੱਚ, ਉਹ ਸਾਰੀ ਪਾਵਰ ਆਪਣੇ ਹੱਥ ਦੇ ਵਿੱਚ ਕਨਸੈਂਟਰੇਟ ਕਰਕੇ ਰੱਖਣਾ ਚਾਹੁੰਦਾ ਹੈ। ਤੇ ਇਸੇ ਤਰ੍ਹਾਂ ਹੀ ਅਸੀਂ ਇਸਲਾਮ ਦੇ ਵਿੱਚ ਵੀ ਦੇਖਦੇ ਹਾਂ। ਉੱਥੇ ਤੇ ਖੈਰ ਬਹੁਤ ਸਮਾਂ ਜਿਹੜਾ ਪਾਵਰਫੁਲ ਰਾਜਾ ਹੁੰਦਾ ਸੀ ਉਹ ਆਪਣੇ ਆਪ ਨੂੰ ਖਲੀਫਾ ਬਣਾ ਲੈਂਦਾ ਸੀ, ਖਲੀਫਾ ਡਿਕਲੇਅਰ ਕਰ ਲੈਂਦਾ ਸੀ, ਤੇ ਫਿਰ ਦੋਨੇ ਰਾਜ ਸੱਤਾ ਵਰਤਦਾ ਸੀ। ਤੇ ਜਦੋਂ ਉਹ ਜ਼ਮਾਨਾ ਲੰਘ ਗਿਆ ਤੇ ਅੱਜ ਵੀ ਅਸੀਂ ਇਸਲਾਮੀ ਮੁਲਕਾਂ ਦੇ ਵਿੱਚ ਇਹਨੂੰ ਵਰਤਦਾ ਦੇਖ ਸਕਦੇ ਹਾਂ। ਇੱਕ ਪਾਸੇ ਰਾਜ ਦੀ ਤਾਕਤ ਹੈ ਤੇ ਦੂਜੇ ਪਾਸੇ ਇਹਦੀ ਇਸਲਾਮ ਦੇ ਜਿਹੜੇ ਆਪਣਾ ਕਾਜ਼ੀ ਹਨ ਉਹਨਾਂ ਦੀ ਤਾਕਤ ਹੈ, ਜਿਹੜੇ ਫਰਮਾਨ ਫਤਵੇ ਜਾਰੀ ਕਰਦੇ ਹਨ, ਤੇ ਉਹਦੇ ਨਾਲੋਂ ਲੋਕਾਂ ਦਾ ਸਾਰਾ ਜੀਵਨ ਗਵਾਉਣ ਹੁੰਦਾ ਹੈ। ਤਾਂ ਕਹਿਣ ਤੋਂ ਭਾਵ ਇਹ ਹੈ ਕਿ ਇਹ ਦੋ ਤਾਕਤਾਂ ਜਗਤ ਨੂੰ ਆਪਣੇ ਮੁਤਾਬਕ ਚਲਾਉਣ ਦੇ ਵਿੱਚ ਹਮੇਸ਼ਾ ਹੀ ਯਤਨਸ਼ੀਲ ਰਹਿੰਦੀਆਂ ਔਰ ਦੋਨੋਂ ਅਨਿਆਂ ਕਰਦੀਆਂ। ਇਹ ਦੂਜੀ ਗੱਲ ਹੈ। ਦੇਖਣ ਨੂੰ ਦੋਨੋਂ ਆਪਣੇ ਆਪ ਨੂੰ ਵਧੀਆ ਕੰਮ ਕਰਦੇ ਸ਼ੋਅ ਕਰਨਾ ਚਾਹੁੰਦੇ ਨੇ ਕਿ ਮੈਂ ਤੈਨੂੰ ਇਹ ਦੇ ਰਿਹਾ ਹਾਂ, ਤੈਨੂੰ ਮੈਂ ਇਹ ਅਧਿਕਾਰ, ਇਹ ਹੱਕ ਦੇ ਰਿਹਾ ਹਾਂ, ਇਹ ਤੇਰੇ ਤੇ ਅਹਿਸਾਨ ਕਰ ਰਿਹਾ ਹਾਂ। ਪਰ ਅਸਲ ਦੇ ਵਿੱਚ ਉਹਨਾਂ ਦਾ ਮਨਸ਼ਾ ਇੰਨੀ ਹੁੰਦੀ ਹੈ ਕਿ ਉਹ ਸਭ ਨੂੰ ਆਪਣੇ ਅੰਗੂਠੇ ਦੇ ਥੱਲੇ ਰੱਖਣਾ ਚਾਹੁੰਦੇ, ਚਾਹੇ ਰਾਜਾ ਹੈ ਤੇ ਚਾਹੇ ਚਰਚ ਹੈ ਜਾਂ ਸਾਡੇ ਧਾਰਮਿਕ ਨੇਤਾ। ਇੱਕ ਰਾਜਸੀ ਜਾਂ ਅਸੀਂ ਕਹਿ ਲਈਏ ਸੋਸ਼ਲ, ਇਕਨੋਮਿਕ, ਪੋਲੀਟੀਕਲ ਤੌਰ ਦੇ ਉੱਤੇ ਅਨਿਆਂ ਕਰਨਾ ਚਾਹੁੰਦਾ ਹੈ, ਧੱਕਾ ਕਰਨਾ ਚਾਹੁੰਦਾ ਹੈ, ਆਪਣੀ ਮਰਜ਼ੀ ਚਲਾਉਣਾ ਚਾਹੁੰਦਾ ਹੈ, ਤਾਂ ਦੂਜਾ ਧਾਰਮਿਕ ਅਨਿਆਂ ਕਰਦਾ ਹੈ ਤੇ ਉਹਦੇ ਵਿੱਚ ਆਪਣੀ ਮਰਜ਼ੀ ਦੇ ਮੁਤਾਬਕ ਸਾਰਾ ਕੁਝ ਕਰਨਾ ਚਾਹੁੰਦਾ। ਹੁਣ ਇਹ ਦੋ ਧੱਕੇ ਜਿਹੜੇ ਹਨ ਉਹ ਇੱਕ ਆਮ ਮਨੁੱਖ ਦੇ ਨਾਲ ਹਮੇਸ਼ਾ ਆਦਿ ਕਾਲ ਤੋਂ ਹੁੰਦੇ ਆ ਰਹੇ ਹਨ ਤੇ ਅੱਜ ਤੱਕ ਹੁੰਦੇ ਆ। ਇਹਨਾਂ ਤੋਂ ਕਦੀ ਛੁਟਕਾਰਾ ਇੱਕ ਆਰਡੀਨਰੀ ਜਿਹੜਾ ਪਾਵਰਲੈਸ ਸਧਾਰਨ ਬੰਦਾ ਹੈ ਉਹਨੂੰ ਇਹਨਾਂ ਦੋਵਾਂ ਤੋਂ ਕਦੀ ਵੀ ਛੁਟਕਾਰਾ ਨਹੀਂ ਹੁੰਦਾ। ਉਹਦੀ ਜ਼ਿੰਦਗੀ ਦੇ ਕੁਝ ਪੱਖ ਐਸੇ ਹਨ ਜਿਨ੍ਹਾਂ ਤੇ ਧਰਮ ਦਾ ਰਾਜ ਹੁੰਦਾ ਹੈ ਤੇ ਕੁਝ ਪੱਖ ਐਸੇ ਹਨ ਜਿਹਦੇ ਤੇ ਰਾਜੇ ਦਾ ਰਾਜ। ਔਰ ਇੱਥੇ ਇੱਕ ਹੋਰ ਬੜਾ ਕਮਾਲ ਦਾ ਵਰਤਾਰਾ ਵਰਤਦਾ ਹੈ। ਇਹ ਦੋਨੋਂ ਦੇਖਣ ਨੂੰ ਤਾਂ ਲੱਗਦੇ ਹਨ ਕਿ ਰਾਜੇ ਦੀ ਦੁਨੀਆ ਵੱਖਰੀ ਹੈ ਤੇ ਧਰਮ ਦੀ ਦੁਨੀਆ ਵੱਖਰੀ ਹੈ। ਕੁਝ ਚੀਜ਼ਾਂ ਉਹਦੇ ਅੰਡਰ ਹਨ, ਕੁਝ ਚੀਜ਼ਾਂ ਉਹਦੇ ਅੰਡਰ ਹਨ, ਪਰ ਐਸਾ ਅਸਲੀਅਤ ਦੇ ਵਿੱਚ ਕਦੀ ਨਹੀਂ। ਜਦੋਂ ਵੀ ਤੁਸੀਂ ਸੁਸਾਇਟੀ 'ਚ ਆਪਣੇ ਆਲੇ ਦੁਆਲੇ ਦੇਖੋਗੇ ਤਾਂ ਉਹਦੇ ਵਿੱਚ ਹਮੇਸ਼ਾ ਇਹਨਾਂ ਦੋਵਾਂ ਦੇ ਵਿੱਚ ਡਿਕਲੇਅਰਡ ਜਾਂ ਸਾਇਲੈਂਟ ਜਾਂ ਕਲੈਂਡਸਟਾਈਨ ਕੋਆਪਰੇਸ਼ਨ ਚੱਲਦੀ ਹੈ। ਦੋਵੇਂ ਇੱਕ ਦੂਜੇ ਦਾ ਪੱਖ ਪੂਰਦੇ ਹਨ। ਇੱਕ ਦੂਜੇ ਬਿਨਾਂ ਨਹੀਂ ਚੱਲ ਸਕਦਾ, ਦੂਜਾ ਇੱਕ ਪਹਿਲੇ ਬਿਨਾਂ ਨਹੀਂ ਚੱਲ ਸਕਦਾ। ਇੱਕ ਧਾਰਮਿਕ ਨੇਤਾ, ਅਸੀਂ ਆਪਣੇ ਸਮਾਜ ਦੇ ਵਿੱਚ ਇੱਕ ਵਰਤਾਰਾ ਜਿਹੜਾ ਆਮ ਵਰਤਦਾ, ਮੈਂ ਉਹਦੀ ਗੱਲ ਹੀ ਕਰ ਲਵਾਂ, ਉਹਦੇ ਤੋਂ ਸਾਨੂੰ ਇੱਕ ਗੱਲ ਸਪਸ਼ਟ ਹੋ ਜਾਏਗੀ
ਕਿਸੇ ਸੰਤ ਦਾ ਡੇਰਾ ਉਦੋਂ ਤੱਕ ਪਪੂਲਰ ਨਹੀਂ ਹੁੰਦਾ ਜਦ ਤੱਕ ਉੱਥੇ ਮੰਤਰੀ, ਮੁੱਖ ਮੰਤਰੀ ਤੇ ਹੋਰ ਵੱਡੇ ਪੋਲੀਟੀਕਲ ਲੀਡਰ ਆ ਕੇ ਮੱਥੇ ਨਾ ਟੇਕਣ। ਉਹ ਉਹਨਾਂ ਨਾਲ ਫੋਟੋਆਂ ਖਿੱਚ ਕੇ ਦੀਵਾਰਾਂ ਉੱਤੇ ਲਾਈਆਂ ਹੁੰਦੀਆਂ, ਤੁਸੀਂ ਵੱਡੇ ਡੇਰਿਆਂ ਤੇ ਚਲੇ ਜਾਓ। ਇੱਥੋਂ ਤੱਕ ਕਿ ਐਕਟਰ ਜਿਹੜੇ ਆਉਂਦੇ ਹਨ ਉਹਨਾਂ ਦੀਆਂ ਵੀ ਫੋਟੋਆਂ ਖਿੱਚ ਕੇ ਲਾ ਲੈਂਦੇ ਹਨ। ਹੋਰ ਕੋਈ ਸੈਲੀਬ੍ਰਿਟੀਜ਼ ਆਉਂਦੇ ਹਨ, ਕੋਈ ਸਪੋਰਟਸਮੈਨ ਆਉਂਦੇ ਹਨ, ਉਹਨਾਂ ਦੀ ਫੋਟੋਆਂ ਵੀ ਡੇਰਿਆਂ ਦੇ ਵਿੱਚ ਤੁਹਾਨੂੰ ਲੱਗੀਆਂ ਮਿਲ ਜਾਂਦੀਆਂ ਹਨ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਇੱਥੇ ਤਾਂ ਵੱਡੇ ਵੱਡੇ ਲੋਕ ਆ ਕੇ ਝੁਕਦੇ ਹਨ। ਤੇ ਜਦੋਂ ਕਿਸੇ ਪੋਲੀਟੀਕਲ ਲੀਡਰ ਨੂੰ ਜਾਂ ਕਿਸੇ ਹੋਰ ਨੂੰ ਮਾਨਤਾ ਦੀ, ਸਮਾਜ ਦੇ ਵਿੱਚ ਪ੍ਰਵਾਨਗੀ ਦੀ ਲੋੜ ਹੁੰਦੀ ਹੈ, ਤਾਂ ਪੋਲੀਟੀਕਲ ਲੀਡਰ ਕਿਹਦੇ ਕੋਲ ਜਾਂਦਾ? ਉਹ ਵੀ ਡੇਰੇ ਪਹੁੰਚ ਜਾਂਦਾ। ਉਹ ਡੇਰੇ ਪਹੁੰਚਦਾ ਹੈ ਜਾਂ ਡੇਰੇ ਵਾਲੇ ਨੂੰ ਬੁਲਾਉਂਦਾ ਹੈ, ਉਹ ਜਾ ਕੇ ਉਹਨੂੰ ਸਿਰੋਂ ਪਾਓ ਸਤਿਕਾਰ, ਗਿਫਟਸ ਦਿੰਦੇ ਨੇ ਤੇ ਡਿਕਲੇਅਰ ਕਰਦੇ ਨੇ ਕਿ ਇਹ ਬਹੁਤ ਵਧੀਆ ਬੰਦਾ ਹੈ। ਤੇ ਫਿਰ ਜਦੋਂ ਕਹਿ ਦਿੰਦੇ ਹਨ ਕਿ ਇਹ ਚੰਗਾ ਬੰਦਾ ਹੈ, ਹੁਣ ਤੁਸੀਂ ਵੋਟਾਂ ਇਹਨੂੰ ਦੇਣੀਆਂ, ਤੇ ਵੋਟਾਂ ਲੈ ਕੇ ਤੇ ਇਲੈਕਸ਼ਨ ਜਿੱਤ ਜਾਂਦਾ। ਦੇ ਬੋਥ ਫੀਡ ਔਨ ਈਚ ਅਦਰ। ਇਹ ਵਰਤਾਰਾ ਅਸੀਂ ਆਪਣੇ ਧਰਮ ਦੇ ਵਿੱਚ, ਆਪਣੇ ਪੰਜਾਬ ਦੇ ਵਿੱਚ ਆਮ ਵਰਤਦਾ ਅਸੀਂ ਦੇਖਦੇ ਹਾਂ। ਡੇਰੇਦਾਰਾਂ ਦੀ ਇੰਨੀ ਪਾਵਰ ਹੋ ਗਈ ਹੈ ਕਿ ਜਿਹੜੇ ਕਰਪਟ, ਕਰੈਕਟਰਲੈਸ ਮਰਡਰਰਸ ਜਿਹੜੇ ਡੇਰੇਦਾਰ ਹੈਗੇ ਨੇ, ਉਹਨਾਂ ਦੇ ਅੱਗੇ ਸਾਰੀ ਪੋਲੀਟੀਕਲ ਲੀਡਰਸ਼ਿਪ, ਪਾਰਟੀ ਏ, ਪਾਰਟੀ ਬੀ, ਪਾਰਟੀ ਸੀ, ਪਾਰਟੀ ਡੀ, ਤੁਸੀਂ ਜਿੱਥੇ ਤੱਕ ਮਰਜ਼ੀ ਗਿਣ ਲਓ, ਸਾਰੇ ਹੀ ਉਹਦੇ ਕੋਲ ਜਾ ਕੇ ਝੁਕਦੇ ਹਨ, ਸਾਰੇ ਹੀ ਉਹਦੇ ਕੋਲ, ਉਹਦੇ ਚਰਨਾਂ ਵਿੱਚ ਬੈਠਦੇ ਹਨ ਕਿ ਮੈਨੂੰ ਵੋਟਾਂ ਦਿਓ। ਫਿਰ ਉਹ ਅਹਿਸਾਨ ਕਰਦਾ ਹੈ ਕਿ ਐਤਕੀ ਮੈਂ 3 ਵੋਟਾਂ ਦਵਾਉਣੀਆਂ, ਤੇ ਇਹਦੇ ਪਿੱਛੇ ਉਹ ਕਈ ਫੇਵਰਸ ਉਹਨਾਂ ਦੇ ਆਪਣਾ ਜਿਹੜੇ ਉਹ ਉਹਨਾਂ ਕੋਲੋਂ ਲੈ ਲੈਂਦਾ। ਦੂਜੇ ਪਾਸੇ ਜੇ ਇੱਕ ਡੇਰੇ ਦੇ ਵਿੱਚ ਸਾਰੇ ਹੀ ਰਾਜਸੀ ਨੇਤਾ ਜਾਣਾ ਛੱਡ ਦੇਣ ਤੇ 4 ਦਿਨਾਂ ਵਿੱਚ ਉਹ ਡੇਰਾ ਬੇਆਬਾਦ ਹੋ ਜਾਏਗਾ, ਸੁਨਸਾਨ ਹੋ ਜਾਏਗਾ। ਤਾਂ ਕਹਿਣ ਤੋਂ ਭਾਵ ਇਹ ਹੈ ਕਿ ਦੋਨੋਂ ਹੀ ਇੱਕ ਦੂਜੇ ਦੇ ਪੂਰਕ ਹੁੰਦੇ। ਤਾਂ ਇਸ ਕਰਕੇ ਮੀਰ ਤੇ ਪੀਰ ਦੀ ਕਲਾਸੀਫਿਕੇਸ਼ਨ ਸਾਨੂੰ ਦੇਖਣ ਨੂੰ ਤਾਂ ਲੱਗਦੀ ਹੈ ਕਿ ਦੋਵੇਂ ਦੋ ਅਲੱਗ ਪਾਵਰਸ ਹੈਗੀਆਂ ਨੇ, ਪਰ ਜੇ ਥੋੜਾ ਜਿਹਾ ਡੂੰਘਾਈ 'ਚ ਜਾ ਕੇ ਦੇਖੀਏ ਤਾਂ ਇਹ ਇੱਕੋ ਹੀ ਭਾਵਨਾ ਦੇ 2 ਰੂਪ ਸਾਨੂੰ ਨਜ਼ਰ ਆ ਜਾਂਦੇ। ਤਾਂ ਅੱਜ ਅਸੀਂ ਇੱਥੇ ਹੀ ਸਮਾਪਤੀ ਕਰਦੇ ਹਾਂ, ਸਮਾਂ ਹੋ ਚੁੱਕਾ। ਤੇ ਬਾਕੀ ਇਸ ਵਿਸ਼ੇ ਨੂੰ ਜਦੋਂ ਅੱਗੋਂ ਕਦੀ ਸਮਾਂ ਮਿਲੇਗਾ ਥੋੜਾ ਜਿਹਾ ਹੋਰ ਅੱਗੇ ਵਰਤਾਂਗੇ, ਚੱਲਾਂਗੇ, ਤੇ ਇਹਦੇ ਬਾਰੇ ਆਪ ਜੀ ਦੇ ਵਿਚਾਰ ਵੀ ਲਵਾਂਗੇ ਕਿ ਆਪ ਜੀ ਕੋਈ ਇਹਦੇ ਬਾਰੇ ਕਹਿਣਾ ਚਾਹੋ ਤੇ ਉਹ ਵੀ ਸੁਣਾਂਗੇ ਜੀ। ਬਹੁਤ ਸਾਰੀਆਂ ਭੁੱਲਾਂ ਵੀ ਹੋ ਗਈਆਂ ਹੋਣਗੀਆਂ ਜੀ, ਖਿਮਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।